ब्लॉक टू द यूनिट 5 करांगे जिसका नाम है उपभोगी दा व्यवहार कंज्यूमर बिहेवियर। ਅੱਜ ਅਸੀਂ ਦੇਖਾਂਗੇ ਕਿ ਜਦੋਂ ਵੀ ਕੰਜ਼ਿਊਮਰਸ ਨੇ ਜਿਹੜੇ ਮਾਰਕੀਟ ਦੇ ਵਿੱਚ ਗੁੱਡਸ ਦੀ ਡਿਮਾਂਡ ਕਰਦੇ ਨੇ ਤਾਂ ਉਹਨਾਂ ਦਾ ਬਿਹੇਵੀਅਰ ਕਿੱਦਾਂ ਦਾ ਹੁੰਦਾ ਹੈ ਤੇ ਉਹਨਾਂ ਦੇ ਬਿਹੇਵੀਅਰ ਦੇ ਵਿੱਚ ਚੇਂਜ ਕਿਉਂ ਆਉਂਦਾ ਹੈ ਮੰਗ ਨੂੰ ਲੈ ਕੇ। ਤੇ ਕੰਜ਼ਿਊਮਰ ਬਿਹੇਵੀਅਰ ਨੂੰ ਸਮਝਣ ਦੇ ਲਈ ਜਿਹੜੀਆਂ ਡਿਫਰੈਂਟ ਆਪਣੀਆਂ टाइप्स ने बिहेवियर दियां कार्डिनल अप्रोच एंड अपना ऑर्डिनल अप्रोच इन डिफरेंट कर्व्स के थ्रू ਆਪਾਂ ਦੇਖਾਂਗੇ ਕਿ ਕੰਜ਼ਿਊਮਰਸ ਬਿਹੇਵੀਅਰ ਦੇ ਥ्रू ਜਿਹੜੀ ਸੈਟੀਸਫੈਕਸ਼ਨ ਹੈ ਯੂਟਿਲਿਟੀ ਹੈ ਉਹਨੂੰ ਕਿੱਦਾਂ ਮਾਪਿਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਕੰਜ਼ਿਊਮਰ ਦਾ ਬਿਹੇਵੀਅਰ ਡਿਮਾਂਡ ਨੂੰ ਲੈ ਕੇ ਕਿਉਂ ਹੈ ਕਿ ਜਿਹੜਾ ਕੰਜ਼ਿਊਮਰ ਹੈ ਉਹ ਕਿਸੇ ਵੀ ਗੁੱਡ ਦੀ ਡਿਮਾਂਡ ਕਿਉਂ ਕਰਦਾ ਹੈ। ਕਹਿੰਦੇ टू क्वेश्चंस ने ਜਿਹੜੇ ਉਹ ਅਰਾਈਜ਼ ਹੁੰਦੇ ਨੇ ਜਦੋਂ ਕੋਈ ਵੀ ਜਿਹੜਾ ਕੰਜ਼ਿਊਮਰ ਹੈ ਕਿਸੇ ਵੀ ਗੁੱਡ ਦੀ ਡਿਮਾਂਡ ਕਰਦਾ ਹੈ। फर्स्ट इज कहते why does a consumer demand a good or services भी कोई भी कंज्यूमर किसी भी चीज दी ਜਾਂ ਸਰਵਿਸਿਜ਼ ਦੀ ਡਿਮਾਂਡ ਕਿਉਂ ਕਰਦਾ ਹੈ। ਕਹਿੰਦੇ ਇਹਦਾ ਆਨਸਰ ਕੀ ਹੈ ਕਿ ਕਹਿੰਦੇ ਕਿਸੇ ਵੀ ਗੁੱਡ ਦੀ ਕੋਈ ਵੀ ਕੰਜ਼ਿਊਮਰ ਡਿਮਾਂਡ ਤਾਂ ਕਰਕੇ ਕਰਦਾ। ਕਹਿੰਦੇ ਇੱਕ ਤਾਂ ਉਹਦੀ ਲੋੜ ਪੂਰੀ ਹੁੰਦੀ ਆ ਉਹਦੀ ਵਾਂਟ ਪੂਰੀ ਹੁੰਦੀ ਆ ਤੇ ਇੱਕ ਦੂਸਰਾ ਉਹਨੂੰ ਵਾਂਟ ਦੇ ਥਰੂ ਕੀ ਹੁੰਦਾ ਹੈ ਜਦੋਂ ਉਹਦੀ ਜ਼ਰੂਰਤ ਪੂਰੀ ਹੁੰਦੀ ਆ ਸੈਟੀਸਫੈਕਸ਼ਨ ਮਿਲਦੀ ਆ। वांट पूरी होने तो बाद सैटिस्फैक्शन मिल रही है। कहते जिहड़ी सैटिस्फैक्शन अपनों पूरा करन दी नु की कहा जाता है जिस दे थ्रू अपनी सैटिस्फैक्शन पूरी होती है दैट इज कॉल्ड यूटिलिटी। तो आप कह सकते हैं किसी भी वस्तु की डिमांड तां करके की जाती है क्योंकि उपभोक्ता नूं उस वस्तु तो क्यों मिलती है यूटिलिटी मिलती है। तो सैकंड क्वेश्चन अराइज होता है हाउ कंज्यूमर शुड स्पेंड हिज लिमिटेड इनकम ऑन डिफरेंट गुड्स एंड सर्विसेज। ਕਹਿੰਦੇ ਸੈਕੰਡ ਕੁਐਸਚਨ ਆਉਂਦਾ ਹੈ ਵੀ ਡਿਫਰੈਂਟ ਗੁੱਡਸ ਹੁੰਦੀਆਂ ਨੇ ਮਾਰਕੀਟ ਦੇ ਵਿੱਚ ਤਾਂ ਕੰਜ਼ਿਊਮਰਸ ਡਿਫਰੈਂਟ ਗੁੱਡਸ ਤੇ ਆਪਣੀ ਜਿਹੜੀ ਲਿਮਿਟਡ ਇਨਕਮ ਹੈ ਉਹ ਕਿਸ ਤਰ੍ਹਾਂ ਸਪੈਂਡ ਕਰੇ ਕਿ ਉਹਨਾਂ ਦੇ ਯੂਜ਼ ਤੋਂ ਬਾਅਦ ਜਿਹੜੀ ਮੈਕਸਿਮਮ ਸੈਟੀਸਫੈਕਸ਼ਨ ਆ ਉਹ ਮਿਲ ਜਾਵੇ ਮੀਨਸ ਜਿਹੜਾ ਆਪਣਾ ਕੰਜ਼ਿਊਮਰ ਆ ਉਹ ਇਕੁਇਲਿਬਰੀਅਮ ਦੇ ਵਿੱਚ ਹੋਵੇ। ਕਹਿੰਦੇ ਇਕਨੋਮਿਕਸ ਦੇ ਵਿੱਚ ਇਹ ਟੂ ਕੁਐਸਚਨਸ ਜਿਹੜੇ ਨੇ ਅਰਾਈਜ਼ ਹੁੰਦੇ ਨੇ। ਕਹਿੰਦੇ ਇਹਨਾਂ ਦੋਨਾਂ ਦੇ ਨਾਲ ਰਿਲੇਟਡਸ ਕਹਿੰਦੇ ਸੈਟੀਸਫੈਕਸ਼ਨ ਤੇ ਯੂਟਿਲਿਟੀ ਨੂੰ ਮੈਜ਼ਰ ਕਰਨ ਦੇ ਟੂ ਮੈਥਡਸ ਨੇ ਥ੍ਰੀ ਮੈਥਡਸ ਨੇ ਥ੍ਰੀ ਥਿਊਰੀਜ਼ ਨੇ ਜਿਹੜੀਆਂ ਆਪਾਂ ਨੇ ਪੜ੍ਹਨੀਆਂ ਨੇ। ਫਰਸਟ ਥਿਊਰੀ ਕਿਹੜੀ ਹੈ ਕੰਜ਼ਿਊਮਰ ਬਿਹੇਵੀਅਰ ਤੇ ਯੂਟਿਲਿਟੀ ਐਨਾਲਾਈਸਿਸ ਨੂੰ ਲੈ ਕੇ ਕਾਰਡੀਨਲ ਯੂਟਿਲਿਟੀ ਐਨਾਲਾਈਸਿਸ। सेकंड है ऑर्डिनल यूटिलिटी एनालिसिस जिन्हों इंडिफरेंस कर्व एनालिसिस भी बोलते हैं एंड द थर्ड इज रिवील्ड प्रेफरेंस थ्योरी। ठीक है ਜਿਹੜਾ ਇਹ ਪ੍ਰੈਜ਼ੈਂਟ ਚੈਪਟਰ ਹੈ ਇਹ ਜਿਹੜੀ ਕਾਰਡੀਨਲ ਯੂਟਿਲਿਟੀ ਐਨਾਲਾਈਸਿਸ ਆ ਇਸ ਟੌਪਿਕ ਦੇ ਵਿੱਚ ਆਪਾਂ ਉਹ ਦੇਖਾਂਗੇ ਕਿ ਕਾਰਡੀਨਲ ਯੂਟਿਲਿਟੀ ਐਨਾਲਾਈਸਿਸ ਦੇ ਥਰੂ ਆਪਾਂ ਕੰਜ਼ਿਊਮਰ ਦੀ ਸੈਟੀਸਫੈਕਸ਼ਨ ਮੀਨਸ ਉਸ ਦੀ ਜਿਹੜੀ ਡਿਮਾਂਡ ਹੈ ਡਿਮਾਂਡ ਤੋਂ ਬਾਅਦ ਕਿਸੇ ਵੀ ਵਸਤੂ ਦੇ ਯੂਜ਼ ਤੋਂ ਬਾਅਦ ਹੋਣ ਵਾਲੀ ਸੈਟੀਸਫੈਕਸ਼ਨ ਯੂਟਿਲਿਟੀ ਨੂੰ ਕਿੱਦਾਂ ਮਾਪ ਸਕਦੇ ਆ ਵਿਦ ਦ ਹੈਲਪ ਆਫ ਕਾਰਡੀਨਲ ਅਪਰੋਚ। ਤਾਂ ਫਰਸਟ ਇਜ਼ ਕਹਿੰਦੇ ਇੰਟਰੋਡਕਸ਼ਨ ਹੈ उपभोक्ता किसी वस्तु की मांग इसलिए करता है क्योंकि उसको उस पदार्थ को तुष्टिगुण प्राप्त होता है। तुष्टिगुण मीन्स सैटिस्फैक्शन मीन्स यूटिलिटी प्राप्त होती है जो आप कोई भी गुड नूं की करते हैं किसी भी गुड की डिमांड करते हैं वरतों करते हैं। जिवें कि फॉर एग्जाम्पल मैनूं बहुत ज्यादा प्यास लगी है तो प्यास के लिए मैनूं की चाहिए है पानी चाहिए तो मैं की करूंगी पानी नूं लऊंगी पानी की डिमांड करूंगी तो पानी के थ्रू की अपनी जिहड़ी सैटिस्फैक्शन है प्यास है जिहड़ी ਉਹਨੂੰ ਪੂਰਾ ਕਰੂੰਗੀ ਜਿਹਦੇ ਥਰੂ ਮੈਨੂੰ ਸੈਟੀਸਫੈਕਸ਼ਨ ਹੋਏਗੀ ਤਾਂ ਸੈਟੀਸਫੈਕਸ਼ਨ ਇਜ਼ ਕਾਲਡ ਯੂਟਿਲਿਟੀ। ਕਹਿੰਦੇ ਕਿਉਂਕਿ ਮੈਨੂੰ ਪਾਣੀ ਤੋਂ ਯੂਟਿਲਿਟੀ ਮਿਲੀ ਹੈ ਤਾਂ ਕਹਿੰਦੇ ਕੀ ਹੈ ਮੈਂ ਪਾਣੀ ਦਾ ਯੂਜ਼ ਕਰਦਾ ਤਾਂ ਕਹਿੰਦੇ ਜਿਹੜੀ ਇਹ ਯੂਟਿਲਿਟੀ ਹੈ ਇਹ ਪ੍ਰਾਪਤ ਹੁੰਦੀ ਹੈ ਦਿਸ ਇਜ਼ ਅ ਤੁਸ਼ਟੀ ਗੁਣ। ਕਿਸੇ ਪਦਾਰਥ ਦੀ ਲੋੜ ਨੂੰ ਸੰਤੁਸ਼ਟ ਕਰਨ ਦੀ ਸ਼ਕਤੀ ਨੂੰ ਤੁਸ਼ਟੀ ਗੁਣ ਕਿਹਾ ਜਾਂਦਾ ਹੈ। ਯੂਟਿਲਿਟੀ ਕਿਸ ਨੂੰ ਕਿਹਾ ਜਾਂਦਾ ਹੈ ਜਦੋਂ ਕਹਿੰਦੇ ਕਿਸੇ ਵੀ ਆਪਾਂ ਗੁੱਡ ਦੀ ਜਿਹੜੀ ਡਿਮਾਂਡ ਹੈ ਲੋੜ ਹੈ ਉਹਨੂੰ ਪੂਰਾ ਕਰਦੇ ਆ ਵਾਂਟ ਨੂੰ ਪੂਰਾ ਕਰਦੇ ਤਾਂ ਵਾਂਟ ਕਰਨ ਤੋਂ ਬਾਅਦ ਚਾਹਣ ਤੋਂ ਬਾਅਦ ਉਸਨੂੰ ਯੂਜ਼ ਕਰਨ ਤੋਂ ਬਾਅਦ ਜੋ ਮੈਨੂੰ ਸੰਤੁਸ਼ਟੀ ਮਿਲੇਗੀ ਸੈਟੀਸਫੈਕਸ਼ਨ ਮਿਲੇਗੀ ਦੈਟ ਇਜ਼ ਕਾਲਡ ਯੂਟਿਲਿਟੀ। ਉਸ ਤੋਂ ਬਾਅਦ ਹੈ ਉਪਭੋਗਤਾ ਸੰਤੁਲਨ। ਕਹਿੰਦੇ ਕੋਈ ਵੀ ਕਹਿੰਦੇ ਜਿਹੜਾ ਆਪਣਾ ਉਪਭੋਗੀ ਹੈ ਉਹ ਉਦੋਂ ਤੱਕ ਉਸ ਗੁੱਡ ਨੂੰ ਯੂਜ਼ ਕਰਦਾ ਹੈ ਜਿਸ ਤੋਂ ਕਹਿੰਦੇ ਉਸ ਗੁੱਡ ਦੀ ਡਿਮਾਂਡ ਤੇ ਜੋ ਆਪਣੀ ਪ੍ਰਾਈਸ ਖਰਚ ਹੁੰਦੀ ਆ ਉਹ ਤੇ ਉਸ ਤੋਂ ਮਿਲਣ ਵਾਲੀ ਯੂਟਿਲਿਟੀ ਹੈ ਜਿਹੜੀ ਤੁਸ਼ਟੀਗੁਣ ਇਕੁਅਲ ਨਹੀਂ ਹੋ ਜਾਂਦੇ। ਕਹਿੰਦੇ ਕੰਜ਼ਿਊਮਰਸ ਕੀ ਹੈ ਡਿਫਰੈਂਟ ਗੁੱਡਸ ਤੇ ਇਸ ਤਰ੍ਹਾਂ ਆਪਣੀ ਲਿਮਿਟਡ ਇਨਕਮ ਨੂੰ ਸਪੈਂਡ ਕਰੇਗਾ ਤਾਂ ਜੋ ਸਾਰੀਆਂ ਗੁੱਡਸ ਤੇ ਕੀਤੇ ਜਾਣ ਵਾਲਾ ਖਰਚ ਤੇ ਉਹਨਾਂ ਤੋਂ ਮਿਲਣ ਵਾਲੀ ਯੂਟਿਲਿਟੀ ਕੀ ਹੋਵੇ ਇਕੁਇਲਿਬਰੀਅਮ ਹੋਵੇ।
ਤਾਂ ਆਪਾਂ ਕਹਿ ਸਕਦੇ ਹਾਂ ਕੰਜ਼ਿਊਮਰ ਇਕੁਇਲਿਬ੍ਰੀਅਮ ਕਹਿੰਦੇ ਇੱਕ ਉਪਭੋਗਤਾ ਵਸਤੂਆਂ ਅਤੇ ਸੇਵਾਵਾਂ ਤੇ ਆਪਣੀ ਆਮਦਨ ਇਸ ਤਰ੍ਹਾਂ ਖਰਚ ਕਰਦਾ ਹੈ ਕਿ ਉਸਨੂੰ ਉਸ ਤੋਂ ਵੱਧ ਸੰਤੁਸ਼ਟੀ ਪ੍ਰਾਪਤ ਹੋਵੇ, ਅਰਥਾਤ ਉਪਭੋਗਤਾ ਸੰਤੁਲਨ ਦੇ ਵਿੱਚ ਹੋਵੇ। ਐਵੇਂ ਹੀ ਹਰ ਇੱਕ ਕੰਜ਼ਿਊਮਰਸ ਉਹ ਜਦੋਂ ਵੀ ਮਾਰਕੀਟ ਦੇ ਵਿੱਚ ਡਿਫਰੈਂਟ ਗੁੱਡਸ ਪਈਆਂ ਨੇ ਤੇ ਉਹਦੇ ਕੋਲ ਜਿਹੜੀ ਇਨਕਮ ਹੈ ਲਿਮਿਟਡ ਹੈ ਤੇ ਉਸਨੂੰ ਇਸ ਤਰ੍ਹਾਂ ਚੂਜ਼ ਕਰੇਗਾ, ਗੁੱਡਸ ਉਹਨਾਂ ਗੁੱਡਸ ਦੀ ਡਿਮਾਂਡ ਕਰੇਗਾ ਜਿਨ੍ਹਾਂ ਤੋਂ ਉਹਨਾਂ ਨੂੰ ਯੂਟਿਲਿਟੀ ਕੀ ਮਿਲ ਰਹੀ ਹੈ, ਜ਼ਿਆਦਾ ਮਿਲ ਰਹੀ ਹੈ। ਜਿਵੇਂ ਕਿ ਫॉर एग्जांपल ਇੱਕ ਜਗ੍ਹਾ ਤੇ ਕੋਲਡ ਡਰਿੰਕ ਪਿਆ ਹੈ ਤੇ ਇੱਕ ਜਗ੍ਹਾ ਤੇ ਮਿਲਕ ਪਿਆ, ਮੈਨੂੰ ਜ਼ਰੂਰਤ ਦੋਨਾਂ ਦੀ ਹੈ ਲੇਕਿਨ ਮੈਨੂੰ ਮਿਲਕ ਦੀ ਜ਼ਿਆਦਾ ਜ਼ਰੂਰਤ ਹੈ ਤਾਂ ਮੈਂ ਆਪਣੀ ਲਿਮਿਟਡ ਇਨਕਮ ਨੂੰ ਕੋਲਡ ਡਰਿੰਕ ਦੀ ਜਗ੍ਹਾ ਤੇ ਮਿਲਕ ਤੇ ਜ਼ਿਆਦਾ ਸਪੈਂਡ ਕਰੂੰਗੀ ਕਿਉਂਕਿ ਮਿਲਕ ਮੇਰੇ ਬੱਚੇ ਨੇ ਵੀ ਲੈਣਾ ਹੈ, ਠੀਕ ਹੈ, ਤੇ ਅਸੀਂ ਵੀ ਯੂਜ਼ ਕਰਨਾ ਹੈ ਤੇ ਮਿਲਕ ਦੀ ਨੀਡ ਡੇਲੀ ਹੁੰਦੀ ਹੈ ਆਪਾਂ ਨੂੰ, ਠੀਕ ਹੈ। ਦੈਨ ਮਿਲਕ ਤੋਂ ਮੈਨੂੰ ਕੋਲਡ ਡਰਿੰਕ ਦੇ ਕੰਪੈਰੀਜ਼ਨ ਜ਼ਿਆਦਾ ਸੈਟਿਸਫੈਕਸ਼ਨ ਮਿਲਦੀ ਹੈ, ਜ਼ਿਆਦਾ ਯੂਟਿਲਿਟੀ ਮਿਲ ਰਹੀ ਹੈ। ਦੈਨ ਕੀ ਕਰੂੰਗਾ, ਕੋਈ ਵੀ ਕੰਜ਼ਿਊਮਰਸ ਕਹਿੰਦੇ ਏਦਾਂ ਗੁੱਡਸ ਨੂੰ ਚੂਜ਼ ਕਰੇਗਾ ਤਾਂ ਜੋ ਉਹਨਾਂ ਦੀ ਜਿਹੜੀ ਸੰਤੁਸ਼ਟੀ ਹੈ, ਸੈਟਿਸਫੈਕਸ਼ਨ ਹੈ, ਯੂਟਿਲਿਟੀ ਉਸ ਗੁੱਡ ਤੋਂ ਜ਼ਿਆਦਾ ਮਿਲੇ। ਜਦੋਂ ਜ਼ਿਆਦਾ ਮੈਕਸਿਮਮ ਸੈਟਿਸਫੈਕਸ਼ਨ ਮਿਲੇਗੀ ਤਾਂ ਕੰਜ਼ਿਊਮਰ ਕਿਹਦੇ ਵਿੱਚ ਹੋਏਗਾ, ਇਕੁਇਲਿਬ੍ਰੀਅਮ ਦੇ ਵਿੱਚ ਹੋਏਗਾ। ਕਹਿੰਦੇ ਜਿਹੜਾ ਆਪਣਾ ਉਪਭੋਗਤਾ ਸੰਤੁਲਨ ਦੇ ਸੰਬੰਧ ਦੇ ਵਿੱਚ ਤਿੰਨ ਸਿਧਾਂਤ ਨੇ, 3 ਥਿਊਰੀਜ਼ ਨੇ ਜਿਹਦੇ ਥਰੂ ਆਪਾਂ ਜਿਹੜੀ ਕੰਜ਼ਿਊਮਰ ਇਕੁਇਲਿਬ੍ਰੀਅਮ ਹੈ ਆਪਣੀ ਉਹਨੂੰ ਆਪਾਂ ਮੇਜਰ ਕਰ ਸਕਦੇ ਹਾਂ। ਫਰਸਟ ਇਜ਼ ਦਾ ਕਾਰਡਿਨਲ ਅਪਰੋਚ, ਸੈਕੰਡ ਇਜ਼ ਦਾ ਆਰਡੀਨਲ ਅਪਰੋਚ ਐਂਡ ਥਰਡ ਇਜ਼ ਦਾ ਰਿਵੀਲਡ ਪ੍ਰੈਫਰੈਂਸ ਥਿਊਰੀ। ਫਰਸਟਲੀ ਆਪਾਂ ਨੇ ਅੱਜ ਕੀ ਕਰਨਾ ਹੈ, ਕਾਰਡਿਨਲ ਅਪਰੋਚ ਕਰਾਂਗੇ, ਠੀਕ ਹੈ, ਜਿਸ ਨੂੰ ਗਣਨਾਵਾਚਕ ਤੁਸ਼ਟੀਗੁਣ ਵਿਸ਼ਲੇਸ਼ਣ ਵੀ ਕਹਿੰਦੇ ਆ। ਗਣਨਾਵਾਚਕ ਮੀਨਸ ਜਿਵੇਂ ਕਿ ਨਾਮ ਤੋਂ ਹੀ ਕਲੀਅਰ ਹੈ, ਗਣਨਾਵਾਚਕ ਤੁਸ਼ਟੀਗੁਣ, ਠੀਕ ਹੈ। ਕਾਰਡਿਨਲ यूटिलिटी जिवें कि गणनावाचक मीन्स जिन्हों गिनिया जा सके नंबर्स की फॉर्म दे विच आपां जिहड़ी यूटिलिटी है उहनूं की करदे आ नंबर्स की फॉर्म दे विच काउंट करदे आ। तां आपां कह सकदे आ कहंदे जिहड़ी अपनी कार्डिनल जिहड़े डिफरेंट इकोनॉमिस्ट ने उन्हां ने यूरोप दे डिफरेंट इकोनॉमिस्ट ने जिहड़ी कार्डिनल यूटिलिटी अप्रोच है वो दित्ती सीगी, ठीक है। इहनूं क्रिटिसाइज भी कीता सी क्लासिकल इकोनॉमिस्ट ने, एडम स्मिथ रिकार्डो ने। ਤੇ ਕਹਿੰਦੇ ਤੁਸ਼ਟੀਗੁਣ ਨੂੰ ਗਣਨਾਵਾਚਕ ਸੰਖਿਆਵਾਂ ਜਿਵੇਂ ਕਿ 1 2 3 4 ਵਿੱਚ ਮਾਪਿਆ ਜਾ ਸਕਦਾ ਹੈ, ਜਿਨ੍ਹਾਂ ਸੰਖਿਆਵਾਂ ਨੂੰ ਜੋੜਿਆ ਜਾਂ ਘਟਾਇਆ ਜਾ ਸਕਦਾ ਹੈ, ਜਿਵੇਂ ਕਿ 10 ਯੂਟਿਲਿਸ ਤੁਸ਼ਟੀਗੁਣ। ਕਹਿੰਦੇ ਕਾਰਡਿਨਲ ਅਪਰੋਚ ਦੇ ਵਿੱਚ ਜਿਹੜਾ ਆਪਣਾ ਯੂਟਿਲਿਟੀ ਹੈ ਤੁਸ਼ਟੀਗੁਣ ਹੈ ਆਪਾਂ ਉਹਨੂੰ ਨੰਬਰਸ ਦੇ ਵਿੱਚ ਮਾਪ ਸਕਦੇ ਹਾਂ, ਠੀਕ ਹੈ। ਇਹਨੂੰ ਯੂਜ਼ ਕਰਨ ਦੇ ਲਈ ਮਾਪਣ ਦੇ ਲਈ ਨੰਬਰਸ ਯੂਜ਼ ਕਰਦੇ ਆ 1 2 3 4, ਠੀਕ ਹੈ, ਜਿਨ੍ਹਾਂ ਨੂੰ ਕਹਿੰਦੇ ਆਪਾਂ ਸਬਟ੍ਰੈਕਟ ਵੀ ਕਰ ਸਕਦੇ ਆ ਤੇ ਆਪਾਂ ਐਡ ਵੀ ਕਰ ਸਕਦੇ ਆ, ਠੀਕ ਹੈ। ਇਹਨੂੰ ਘਟਾਇਆ ਵਧਾਇਆ ਜਾ ਵੀ ਸਕਦਾ ਹੈ ਕਿ ਤੁਸ਼ਟੀਗੁਣ ਘਟਦਾ ਵੀ ਹੈ ਐਂਡ ਵੱਧਦਾ ਵੀ ਹੈ। ਜਿਵੇਂ ਕਿ ਕਹਿੰਦੇ ਆਪਾਂ ਇਹਨੂੰ ਯੂਟਿਲਸ ਦੇ ਵਿੱਚ ਮਾਪਦੇ ਆ। ਜਿਹੜਾ ਆਪਣਾ ਕਾਰਡਿਨਲ ਅਪਰੋਚ ਹੈ ਉਹਦੇ ਵਿੱਚ ਯੂਟਿਲਸ ਨੂੰ ਕਹਿੰਦੇ ਫਿਸ਼ਰ ਨੇ ਬੋਲਿਆ ਕਿ ਯੂਟਿਲਸ ਦੇ ਵਿੱਚ ਮਾਪਦੇ ਆ, ਜਿਵੇਂ ਕਿ ਅ ਕੱਪ ਆਫ ਟੀ ਤੋਂ ਮੈਨੂੰ 10 ਯੂਟਿਲਸ ਸੈਟਿਸਫੈਕਸ਼ਨ ਮਿਲੀ ਹੈ, ਯੂਟਿਲਿਟੀ ਮਿਲੀ ਹੈ, ਐਂਡ ਅ ਕੱਪ ਆਫ ਕਹਿੰਦੇ ਮੈਨੂੰ ਕੋਲਡ ਡਰਿੰਕ ਤੋਂ 8 ਯੂਟਿਲਸ ਸੈਟਿਸਫੈਕਸ਼ਨ ਮਿਲੀ ਹੈ, ਐਂਡ ਰਸਗੁੱਲੇ ਤੋਂ ਮੈਨੂੰ 4 ਯੂਟਿਲਸ ਸੈਟਿਸਫੈਕਸ਼ਨ ਮਿਲੀ ਹੈ। ਜਿਵੇਂ ਕਿ ਆਪਾਂ ਹਰ ਇੱਕ ਜਿਹੜੀ ਗੁੱਡ ਹੈ ਉਹਦੇ ਥਰੂ ਜੋ ਆਪਾਂ ਨੂੰ ਸੈਟਿਸਫੈਕਸ਼ਨ ਯੂਟਿਲਿਟੀ ਮਿਲ ਰਹੀ ਹੈ ਆਪਾਂ ਉਹ ਯੂਟਿਲਸ ਦੇ ਵਿੱਚ ਬੋਲ ਰਹੇ ਹਾਂ 4 ਯੂਟਿਲਸ 10 ਯੂਟਿਲਸ 5 ਯੂਟਿਲਸ, ਠੀਕ ਹੈ। ਕਾਰਡਿਨਲ ਅਪਰੋਚ ਦੇ ਵਿੱਚ ਨੰਬਰਸ ਦੇ ਥਰੂ ਆਪਾਂ ਯੂਟਿਲਸ ਨੂੰ ਯੂਜ਼ ਕਰਕੇ ਜਿਹੜੀ ਹੈ ਆਪਣੀ ਮੈਜ਼ਰਮੈਂਟ ਯੂਟਿਲਿਟੀ ਦਾ ਕਰ ਸਕਦੇ ਹਾਂ। ਤੇ ਇਸ ਦੇ ਵਿੱਚ ਕੀ ਹੈ ਕਹਿੰਦੇ मीनिंग ऑफ यूटिलिटी की है अपना कहते हिब्डन ਦੀ ਡੈਫੀਨੇਸ਼ਨ ਹੈ यूटिलिटी इज द क्वालिटी ऑफ गुड टू सैटिस्फाई आ वांट। ਕਹਿੰਦੇ यूटिलिटी ਉਸ ਨੂੰ ਕਿਹਾ ਜਾਂਦਾ ਜਿਸ ਦੇ ਥਰੂ ਜਿਹੜੀਆਂ ਹਿਊਮਨ ਦੀਆਂ ਵਾਂਟਸ ਨੇ ਉਹਨਾਂ ਨੂੰ ਪੂਰਾ ਕਰਦੇ ਆ ਆਪਾਂ, ਠੀਕ ਹੈ। ਹਿਊਮਨ ਦੇ ਵਾਂਟਸ ਪੂਰਾ ਹੋਣ ਤੋਂ ਬਾਅਦ ਜੋ ਸਾਨੂੰ ਸੈਟਿਸਫੈਕਸ਼ਨ ਮਿਲਦੀ ਹੈ ਦੈਟ ਇਜ਼ ਕਾਲਡ यूटिलिटी। ਤਾਂ ਇੱਥੇ ਪ੍ਰੋਫੈਸਰ हिब्डन के अनुसार बोले गए तुष्टिगुण किसी पदार्थ की वो समृद्धता है जो लोड़ा ਨੂੰ संतुष्ट करती है। कहते तुष्टिगुण है जरा वो किसी भी गुड दी किसी भी थिंग दी वो कैपेसिटी है जिहदे थरू ਆਪਾਂ ਆਪਣੇ ਜਿਹੜੇ ਵਾਂਟਸ ਨੂੰ ਉਹਨਾਂ ਨੂੰ ਕੀ ਕਰਦੇ ਆ ਸੈਟੀਸਫਾਈ ਕਰਦੇ ਆ ਸੰਤੁਸ਼ਟ ਕਰਦੇ ਆ। ਨੈਕਸਟ ਕਹਿੰਦੇ ਤੁਸ਼ਟੀਗੁਣ ਦੀਆਂ ਵਿਸ਼ੇਸ਼ਤਾਵਾਂ ਫੀਚਰਸ ਆਫ ਯੂਟਿਲਿਟੀ। ਕਹਿੰਦੇ ਕਈ ਫੀਚਰਸ ਨੇ ਯੂਟਿਲਿਟੀ ਦੇ ਵਿੱਚ 3 ਫੀਚਰਸ ਲਿਖੇ ਹੋਏ ਨੇ। ਕਹਿੰਦੇ ਫਰਸਟ ਯੂਟਿਲਿਟੀ ਇਜ਼ ਸਬਜੈਕਟਿਵ। यूटिलिटी जी है अंतर्मुखी है, दृष्टिकोण अंतर्मुखी है। अंतर्मुखी का मतलब ये है क्योंकि बिकॉज इट डील्स विद मेंटल हेल्थ। हर एक पर्सन की कहते ये मेंटल हेल्थ पे डिपेंड करती है। तो एक हर पर्सन की जी मैंटेलिटी है वो इक्वली होंगी डिफरेंट होंगी है। किसी को कुछ पसंद है किसी को कुछ पसंद है, किसी को टी तो ज्यादा यूटिलिटी मिलती है किसी को कॉफी तो ज्यादा मिलती है। तो दैन दृष्टिकोण है सब्जैक्टिव है अंतर्मुखी है। वो हर एक पर्सन से पर्सन टू पर्सन वैरी करता है कि उसको ਕਿਹੜੀ ਚੀਜ਼ ਪਸੰਦ ਹੈ। ਜੇ ਚੀਜ਼ ਉਸਨੂੰ ਪਸੰਦ ਹੋਏਗੀ ਉਸਨੂੰ ਉਸ ਤੋਂ ਹੀ ਜ਼ਿਆਦਾ ਕੀ ਮਿਲੇਗੀ ਯੂਟਿਲਿਟੀ ਮਿਲੇਗੀ। ਜਿਵੇਂ ਕਿ ਇੱਕ ਡਰੰਕਰਡ ਨੂੰ ਕੀ ਹੈ ਡਰਿੰਕਿੰਗ ਤੋਂ ਸੰਤੁਸ਼ਟੀ ਮਿਲੇਗੀ ਲੇਕਿਨ ਮੈਨੂੰ ਉਸ ਤੋਂ ਨਹੀਂ ਮਿਲੇਗੀ, ਕਿਸੇ ਨੂੰ ਸਿਗਰਟ ਤੋਂ ਸੰਤੁਸ਼ਟੀ ਮਿਲੇਗੀ, ਠੀਕ ਹੈ। ਕਹਿੰਦੇ ਤਬ ਬੋਲ ਸਕਦੇ ਕਿ ਜਿਹੜੀ ਯੂਟਿਲਿਟੀ ਉਹ
ਸਬਜੈਕਟਿਵ ਹੈ, ਹਰ ਇੱਕ ਦੀ ਕੀ ਆ ਅਲੱਗ-ਅਲੱਗ ਹੈ, ਕਿਉਂਕਿ ਉਹਨਾਂ ਨੂੰ ਹਰ ਇੱਕ ਗੁੱਡਸ ਨੇ ਜਿਹੜੀਆਂ ਅੱਛੀਆਂ ਲੱਗਦੀਆਂ ਨੇ ਅਲੱਗ-ਅਲੱਗ ਗੁੱਡਸ, ਤਾਂ ਉਹਨਾਂ ਤੋਂ ਹੀ ਸੰਤੁਸ਼ਟੀ ਕੀ ਹੋਏਗੀ, ਜ਼ਿਆਦਾ ਹੋਏਗੀ। ਸੈਕੰਡ ਇੱਕ ਤੁਸ਼ਟੀ ਗੁਣ ਸਪੇਖਿਕ ਹੈ, ਕਹਿੰਦੇ ਯੂਟਿਲਿਟੀਜ਼ ਰਿਲੇਟਿਵ, ਕਹਿੰਦੇ ਯੂਟਿਲਿਟੀਜ਼ ਰਿਲੇਟਿਵ ਹੈ, ਟਾਈਮ ਟੂ ਟਾਈਮ ਵੈਰੀ ਕਰਦੀ ਹੈ, ਜਿਵੇਂ ਕਿ ਆਪਾਂ ਨੂੰ ਸਮਰਸ ਦੇ ਵਿੱਚ ਆਪਣੀਆਂ ਡਿਮਾਂਡਸ ਕੁਝ ਹੋਰ ਹੁੰਦੀਆਂ ਨੇ। ਸਮਰਸ ਦੇ ਵਿੱਚ ਕੀ ਆਪਾਂ ਨੂੰ ਕੂਲਰ ਤੇ ਆਈਸਕ੍ਰੀਮ ਤੇ ਏਸੀ ਤੋਂ ਜਿਹੜੀ ਹੈ ਸੈਟਿਸਫੈਕਸ਼ਨ ਮਿਲਦੀ ਹੈ, ਯੂਟਿਲਿਟੀ ਮਿਲਦੀ ਆ, ਲੇਕਿਨ ਆਪਾਂ ਨੂੰ ਵਿੰਟਰਸ ਦੇ ਵਿੱਚ ਵੂਲਨ ਕਲੋਥ ਤੋਂ ਤੇ ਆਪਣੇ ਹੀਟਰ ਤੋਂ ਯੂਟਿਲਿਟੀ ਮਿਲਦੀ ਹੈ। ਦੈਨ ਕਹਿੰਦੇ ਇਹ ਟਾਈਮ ਟੂ ਟਾਈਮ ਵੇਰੀ ਕਰਦੀ ਆ। ਐਂਡ ਤੁਸ਼ਟੀ ਗੁਣ ਨੈਤਿਕਤਾ ਤੋਂ ਸੁਤੰਤਰ ਹੈ। ਯੂਟਿਲਿਟੀ ਇਜ਼ ਇੰਡੀਪੈਂਡੈਂਟ ਔਨ ਮੋਰੈਲਿਟੀ, ਕਹਿੰਦੇ ਇਹ ਮੋਰੈਲਿਟੀ ਇਸ ਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਮੋਰਲ ਵੈਲਿਊਜ਼ ਹੀ ਕਹਿੰਦੇ ਹੁਣ ਜਦੋਂ ਆਪਾਂ ਕਿਸੇ ਵੀ ਚੀਜ਼ ਨੂੰ ਯੂਜ਼ ਕਰਦੇ ਤਾਂ ਜ਼ਰੂਰੀ ਨਹੀਂ ਹੈ ਕਿ ਚੰਗੀਆਂ ਚੀਜ਼ਾਂ ਤੋਂ ਹੀ ਸਾਨੂੰ ਸੰਤੁਸ਼ਟੀ ਮਿਲੇ। ਕਹਿੰਦੇ ਕਈ ਪਰਸਨਸ ਨੂੰ ਜਿਨ੍ਹਾਂ ਨੂੰ ਆਪਣੀ ਸੁਸਾਇਟੀ ਦੇ ਵਿੱਚ ਕਹਿੰਦੇ ਜਿਹੜੀ ਮੋਰਲ ਵੈਲਿਊਜ਼ ਨੂੰ ਡਿਸਕ੍ਰਾਈਬ ਨਹੀਂ ਕਰਦੀ, ਉਹਨਾਂ ਦੇ ਖਿਲਾਫ ਨੇ, ਕਹਿੰਦੇ ਉਹਨਾਂ ਤੋਂ ਵੀ ਸੰਤੁਸ਼ਟੀ ਮਿਲਦੀ ਆ, ਜਿਵੇਂ ਕਿ ਸਿਗਰਟ ਹੋ ਗਿਆ, ਜੂਆ ਹੋ ਗਿਆ, ਜਾਂ ਆਪਣਾ ਸ਼ਰਾਬ ਹੋ ਗਈ, ਕਹਿੰਦੇ ਇਹਨਾਂ ਤੋਂ ਸੰਤੁਸ਼ਟੀ ਮਿਲੇਗੀ ਜੋ ਕਿ ਮੋਰਲ ਵੈਲਿਊਜ਼ ਦੇ ਕੀ ਆ ਖਿਲਾਫ ਹੈ। ਐਂਡ ਕਹਿੰਦੇ ਯੂਟਿਲਿਟੀ ਇਜ਼ ਡਿਫਰੈਂਟ ਫਰਮ ਸੈਟਿਸਫੈਕਸ਼ਨ, ਯੂਟਿਲਿਟੀ ਜਿਹੜੀ ਉਹ ਸੈਟਿਸਫੈਕਸ਼ਨ ਤੋਂ ਡਿਫਰੈਂਟ ਹੁੰਦੀ ਹੈ। ਯੂਟਿਲਿਟੀ ਇਜ਼ ਨਾਟ ਅਸੈਂਸ਼ਲੀ ਯੂਜ਼ਫੁਲ, ਇਹ ਜ਼ਰੂਰੀ ਨਹੀਂ ਗਾ ਕਿ ਜਿਹੜੀ ਯੂਟਿਲਿਟੀ ਉਹ ਹਰ ਇੱਕ ਦੇ ਲਈ ਯੂਜ਼ਫੁਲ ਹੀ ਹੋਵੇ। ਕਹਿੰਦੇ ਕਿਸੇ ਪਰਸਨ ਨੂੰ ਸਿਗਰਟ ਤੋਂ ਯੂਟਿਲਿਟੀ ਉਹਦੇ ਲਈ ਯੂਜ਼ਫੁਲ ਹੈ, ਮੇਰੇ ਲਈ ਯੂਜ਼ਫੁਲ ਨਹੀਂ ਹੈ। ਐਂਡ ਦਿਸ ਇਜ਼ ਦ ਫੀਚਰਸ ਆਫ ਯੂਟਿਲਿਟੀ, ਤੁਸ਼ਟੀਗਣ ਦੀਆਂ ਵਿਸ਼ੇਸ਼ਤਾਵਾਂ। ਨਾਓ ਨੈਕਸਟ ਇਜ਼ ਕੰਸੈਪਟ ਆਫ ਯੂਟਿਲਿਟੀ, ਯੂਟਿਲਿਟੀ ਦੀਆਂ ਧਾਰਨਾਵਾਂ ਨੇ, ਕਹਿੰਦੇ ਜਿਹੜੀਆਂ ਇੱਥੇ 3 ਬੇਸਿਕ ਕੰਸੈਪਟਸ ਨੇ ਯੂਟਿਲਿਟੀ ਦੇ, ਠੀਕ ਹੈ। ਤਾਂ ਫਰਸਟ ਹੈਗਾ ਪ੍ਰਾਇਮਰੀ ਤੁਸ਼ਟੀਗੁਣ ਜਿਹਨੂੰ ਇਨੀਸ਼ੀਅਲ ਯੂਟਿਲਿਟੀ ਬੋਲਦੇ ਆ, ਸੈਕੰਡ ਇਜ਼ ਦਾ ਕੁੱਲ ਤੁਸ਼ਟੀਗੁਣ ਜਿਹਨੂੰ ਟੋਟਲ ਯੂਟਿਲਿਟੀ ਬੋਲਦੇ ਆ, ਐਂਡ ਥਰਡ ਇਜ਼ ਦਾ ਸੀਮਾਂਤ ਤੁਸ਼ਟੀਗੁਣ ਜਿਹਨੂੰ ਆਪਾਂ ਮਾਰਜਨਲ ਯੂਟਿਲਿਟੀ ਬੋਲਦੇ ਆ। ਇਹ ਕੰਸੈਪਟ ਆਫ ਯੂਟਿਲਿਟੀ ਦੇ ਵਿੱਚ ਆਪਾਂ ਇਹ 3 ਕੰਸੈਪਟ ਨੂੰ ਸਟੱਡੀ ਕਰਾਂਗੇ। ਇਸ ਤੋਂ ਪਹਿਲਾਂ ਅਜ਼ੰਪਸ਼ਨਸ ਆਫ ਯੂਟਿਲਿਟੀ ਉਹ ਸਾਡੇ ਲਈ ਜਾਣਨਾ ਜ਼ਰੂਰੀ ਹੈ, ਜਿਹੜੀਆਂ ਬੇਸਿਕ ਅਜ਼ੰਪਸ਼ਨਸ ਨੇ ਕਿ ਕੀ ਮੰਨ ਕੇ ਚੱਲਦੇ ਆ ਆਪਾਂ। ਤਾਂ ਫਰਸਟ ਇਜ਼ ਰੈਸ਼ਨਲ ਕੰਜ਼ਿਊਮਰਸ, ਕਹਿੰਦੇ ਇਸ ਦੇ ਵਿੱਚ ਕੀ ਕਿਹਾ ਹੈ, ਜਿਹੜਾ ਕੰਜ਼ਿਊਮਰ ਹੈ ਉਹ ਕੀ ਰੈਸ਼ਨਲ ਹੈ। ਰੈਸ਼ਨਲ ਕੰਜ਼ਿਊਮਰਸ ਕਹਿੰਦੇ ਕੰਜ਼ਿਊਮਰਸ ਕੀ ਚਾਹੁੰਦਾ ਹੈ, ਗੈਟ ਮੈਕਸਿਮਮ ਸੈਟਿਸਫੈਕਸ਼ਨ, ਆਪਣੀ ਲਿਮਿਟਡ ਇਨਕਮ ਤੋਂ ਜ਼ਿਆਦਾ ਸੈਟਿਸਫੈਕਸ਼ਨ ਚਾਹੁੰਦਾ ਹੈ, ਤਾਂ ਉਹ ਮਾਰਕੀਟ ਦੇ ਵਿੱਚ ਆਪਣਾ ਇਸ ਤਰ੍ਹਾਂ ਦਾ ਵਪਾਰ ਕਰੇਗਾ ਕਿ ਉਸਨੂੰ ਆਪਣੇ ਪੈਸਿਆਂ ਤੋਂ ਜ਼ਿਆਦਾ ਕੀ ਹੋਵੇ, ਸੈਟਿਸਫੈਕਸ਼ਨ ਮਿਲ ਜਾਵੇ ਜੋ ਵੀ ਉਹ ਪੈਸੇ ਸਪੈਂਡ ਕਰ ਰਿਹਾ। ਐਂਡ ਕਾਰਡੀਨਲ ਯੂਟਿਲਿਟੀ, ਕਹਿੰਦੇ ਕਾਰਡੀਨਲ ਅਪਰੋਚ ਦੇ ਵਿੱਚ ਕਹਿੰਦੇ ਯੂਟਿਲਿਟੀ ਨੂੰ ਕਾਰਡੀਨਲ ਨੰਬਰਸ ਦੇ ਵਿੱਚ ਮਾਪਿਆ ਜਾਂਦਾ ਹੈ, 1 2 3 ਦੇ ਵਿੱਚ ਇਹਨਾਂ ਨੂੰ ਸਬਟ੍ਰੈਕਟ ਤੇ ਐਡ ਕੀਤਾ ਜਾ ਸਕਦਾ ਹੈ। ਅੱਗੇ ਹੈਗਾ ਇੰਡੀਪੈਂਡੈਂਟ ਯੂਟਿਲਿਟੀ, ਕਹਿੰਦੇ ਹਰ ਇੱਕ ਪਰਸਨ ਦੀ ਜਿਹੜੀ ਯੂਟਿਲਿਟੀ ਉਹ ਕੀ ਹੁੰਦੀ ਆ, ਇੰਡੀਪੈਂਡੈਂਟ ਹੁੰਦੀ ਹੈ। ਕਹਿੰਦੇ ਐਵਰੀ ਕਮੋਡਿਟੀ ਦੀ ਸੈਟਿਸਫੈਕਸ਼ਨ ਕੀ ਹੁੰਦੀ ਹੈ, ਅਲੱਗ ਕਰਦੀ ਹੈ, ਇਹ ਗੁੱਡ ਟੂ ਗੁੱਡ ਵੈਰੀ ਕਰਦੀ ਆ। ਮਾਰਜਨਲ ਯੂਟਿਲਿਟੀ ਆਫ ਮਨੀ ਇਜ਼ ਕਨਸਟੈਂਟ, ਕਹਿੰਦੇ ਕਿ ਮਨੀ ਦੀ ਜਿਹੜੀ ਮਾਰਜਨਲ ਯੂਟਿਲਿਟੀ ਹੈ, ਜਦੋਂ ਆਪਾਂ ਮਨੀ ਜ਼ਿਆਦਾ ਸਪੈਂਡ ਕਰਦੇ ਤਾਂ ਉਹਦੀ ਮਾਰਜਨਲ ਯੂਟਿਲਿਟੀ ਦੇ ਵਿੱਚ ਕੋਈ ਚੇਂਜ ਨਹੀਂ ਹੁੰਦਾ, ਕਹਿੰਦੇ ਉਹ ਕੀ ਆ, ਕਨਸਟੈਂਟ ਹੈ। ਐਂਡ ਡਿਵੀਜ਼ੀਬਿਲਿਟੀ, ਕਹਿੰਦੇ ਗੁੱਡਸ ਆਰ ਡਿਵੀਜ਼ੀਬਲ, ਗੁੱਡਸ ਆਰ ਡਿਵੀਜ਼ੀਬਲਸ ਨੇ, 1 by 1 ਗੁੱਡਸ ਨੂੰ ਯੂਜ਼ ਕੀਤਾ ਜਾ ਸਕਦਾ, ਇਕੋਨੋਮਿਕ ਗੁੱਡ ਨੂੰ ਯੂਜ਼ ਨਹੀਂ ਕਰਦੇ। ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ, ਕਹਿੰਦੇ ਲਾਅ ਕਿਹੜਾ ਅਪਲਾਈ ਹੁੰਦਾ ਹੈ, ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ ਲਾਅ ਅਪਲਾਈ ਹੁੰਦਾ ਹੈ ਕਿ ਜਿਵੇਂ ਜਿਵੇਂ ਕੋਈ ਵੀ ਕੰਜ਼ਿਊਮਰ ਜਾਂ ਉਪਭੋਗਤਾ ਕਿਸੇ ਵੀ ਇੱਕ ਵਸਤੂ ਦਾ ਬਾਰ-ਬਾਰ ਯੂਜ਼ ਕਰਦਾ ਰਹਿੰਦਾ ਹੈ ਤਾਂ ਉਸਨੂੰ ਉਸ ਤੋਂ ਮਿਲਣ ਵਾਲੀ ਜਿਹੜੀ ਯੂਟਿਲਿਟੀ ਹੈ, ਸੈਟਿਸਫੈਕਸ਼ਨ ਹੈ ਜਿਹੜੀ ਉਹ ਕੀ ਹੋ ਜਾਂਦੀ ਆ, ਘਟਣੀ ਸਟਾਰਟ ਹੋ ਜਾਂਦੀ ਆ। ਟੋਟਲ ਯੂਟਿਲਿਟੀ ਡਿਪੈਂਡਸ ਔਨ ਕੁਆਂਟੀਟੀਜ਼ ਆਫ ਇੰਡੀਵਿਜੂਅਲ ਕਮੋਡਿਟੀਜ਼, ਕਹਿੰਦੇ ਜਿਹੜੀ ਟੋਟਲ ਯੂਟਿਲਿਟੀ ਆ ਉਹ ਕਿਸ ਚੀਜ਼ ਤੇ ਡਿਪੈਂਡ ਕਰਦੀ ਹੈ, ਜਦੋਂ ਆਪਾਂ ਕਿਸੇ ਵੀ ਗੁੱਡ ਦੀਆਂ ਡਿਫਰੈਂਟ ਕੁਆਂਟੀਟੀਜ਼ ਨੂੰ ਯੂਜ਼ ਕਰਾਂਗੇ ਤਾਂ ਉਹਨਾਂ ਕੁਆਂਟੀਟੀਜ਼ ਤੋਂ ਮਿਲਣ ਵਾਲੀ ਟੋਟਲ ਯੂਟਿਲਿਟੀ ਦਾ ਟੋਟਲ ਕਰਾਂਗੇ, ਸਮ ਅਪ ਕਰਾਂਗੇ ਤਾਂ ਆਪਣੀ ਜਿਹੜੀ ਟੋਟਲ ਯੂਟਿਲਿਟੀ ਉਹ ਕੀ ਹੋ ਜਾਏਗੀ, ਕੈਲਕੂਲੇਟ ਹੋ ਜਾਏਗੀ। ਤੇ ਉਸ ਤੋਂ ਬਾਅਦ 3 concepts of utility, initial utility, total utility and marginal utility, ਤਾਂ ਆਪਾਂ ਇਹਨਾਂ ਨੂੰ ਪੜ੍ਹਨਾ ਹੈ। ਤੇ ਜਿਹੜੇ ਆਪਣੀ marginal utility ਆ ਉਹ ਕੀ ਹੋ ਸਕਦੀ ਆ, ਪੋਜ਼ਿਟਿਵ ਮਾਰਜਨਲ ਯੂਟਿਲਿਟੀ ਵੀ ਹੋ ਸਕਦੀ ਹੈ, ਨੈਗੇਟਿਵ ਮਾਰਜਨਲ ਯੂਟਿਲਿਟੀ ਵੀ ਹੋ ਸਕਦੀ ਹੈ, ਐਂਡ ਜ਼ੀਰੋ ਮਾਰਜਨਲ ਯੂਟਿਲਿਟੀ ਵੀ ਹੋ ਸਕਦੀ ਹੈ। ਨਾਓ ਦ ਨੈਕਸਟ ਇਜ਼ ਕੁੱਲ ਤੁਸ਼ਟੀਗੁਣ ਅਤੇ ਸੀਮਾਂਤ ਤੁਸ਼ਟੀਗੁਣ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਆਪਣੀ ਜਿਹੜੀ ਹੈ ਫਰਸਟਲੀ ਪ੍ਰਾਇਮਰੀ ਤੁਸ਼ਟੀਗੁਣ ਜਿਹਨੂੰ ਆਪਾਂ ਇਨੀਸ਼ੀਅਲ ਯੂਟਿਲਿਟੀ ਬੋਲਦੇ ਆ। ਕਹਿੰਦੇ ਇਨੀਸ਼ੀਅਲ ਯੂਟਿਲਿਟੀ ਕੀ ਹੁੰਦੀ ਆ, ਜੋ ਯੂਟਿਲਿਟੀ ਡਰਾਈਵਡ ਫਰਮ ਦ ਫਰਸਟ ਯੂਨਿਟ ਆਫ ਅ ਕਮੋਡਿਟੀ ਇਜ਼ ਕਾਲਡ ਇਨੀਸ਼ੀਅਲ ਯੂਨਿਟ। initial utility, ਕਹਿੰਦੇ utility is the first piece of bread is called initial utility। ਜਿਵੇਂ ਕਿ ਮੈਨੂੰ ਭੁੱਖ ਲੱਗੀ ਹੈ ਤਾਂ ਮੈਂ ਫਰਸਟ piece of a bread ਲਿੱਤਾ, bread ਦਾ ਇੱਕ ਫਰਸਟ ਪੀਸ ਲਿੱਤਾ ਤਾਂ ਉਹ ਫਰਸਟ ਪੀਸ ਤੋਂ ਜੋ ਮੈਨੂੰ ਯੂਟਿਲਿਟੀ ਮਿਲੇਗੀ, ਸੈਟਿਸਫੈਕਸ਼ਨ ਮਿਲੇਗੀ, that is called initial utility। ਕਿ ਸਭ ਤੋਂ ਪਹਿਲਾਂ ਜਦੋਂ ਆਪਾਂ ਕਿਸੇ ਚੀਜ਼ ਦਾ ਯੂਜ਼ ਕਰਦੇ ਹਾਂ ਤਾਂ ਉਸ ਯੂਜ਼ ਤੋਂ ਜੋ ਮੈਨੂੰ ਸੈਟਿਸਫੈਕਸ਼ਨ ਮਿਲੇਗੀ, that is a primary or initial utility। ਮੈਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਹੈ, ਮੈਂ 1 ਕੱਪ ਆਫ ਵਾਟਰ ਪੀਤਾ, ਟੋਟਲ 5 ਪੀਤੇ ਨੇ, ਜਦੋਂ ਫਰਸਟ ਕੱਪ ਆਫ ਵਾਟਰ ਪੀਤਾ ਤਾਂ ਮੈਨੂੰ ਉਸ ਤੋਂ ਜੋ ਸੈਟਿਸਫੈਕਸ਼ਨ ਮਿਲੀ ਹੈ, that is the called
इनिशियल यूटिलिटी एंड टोटल यूटिलिटी फुल यूटिलिटी मींस जो मैं 5 कप ऑफ वाटर पीते ने फर्स्ट तो मिलने वाली यूटिलिटी प्लस सेकंड तो मिलने वाली यूटिलिटी प्लस थर्ड तो फोर्थ तो फिफ्थ तो फिफ्थ ਜਿਹੜੇ ਗਲਾਸ ਆਫ ਵਾਟਰ ਸੀਗੇ ਜਿਹੜੀ ਮੈਨੂੰ ਉਹਨਾਂ ਤੋਂ ਯੂਟਿਲਿਟੀ ਮਿਲ ਰਹੀ ਹੈ ਤਾਂ ਮੈਂ ਉਸ ਸਬ ਯੂਟਿਲਿਟੀ ਨੂੰ ਟੋਟਲ ਕਰੂੰਗੀ ਉਹਨਾਂ ਦਾ ਸਮ ਅਪ ਕਰੂੰਗੀ that is called total utility ਕਿਸੇ ਵੀ ਗੁੱਡ ਦੀਆਂ ਜਿੰਨੀਆਂ ਵੀ ਕੁਆਂਟੀਟੀਜ਼ ਮੈਂ ਯੂਜ਼ ਕੀਤੀਆਂ ਨੇ ਉਹਨਾਂ ਕੁਆਂਟੀਟੀਜ਼ ਤੋਂ ਮਿਲਣ ਵਾਲੀ ਜਦੋਂ ਮੈਂ यूटिलिटी ਦਾ प्लस करूंगी दैट इज अ टोटल यूटिलिटी एंड उस तो बाद है सीमांत तुष्टिगुण जिन्हों ਆਪਾਂ मार्जिनल यूटिलिटी कहने कहने the concept of marginal utility was put forward by the eminent economist Jevons ने ਦਿੱਤਾ ਸੀਗਾ ਇਹਨੂੰ ਆਪਾਂ additional utility ਵੀ कहने ਕਹਿੰਦੇ ਕੀ ਹੁੰਦੀ ਆ ਕਹਿੰਦੇ ਜਦੋਂ ਆਪਾਂ ਸਪੋਜ਼ ਆ ਐਕਸਟਰਾ कमोडिटी मींस ਆਪਾਂ एक होल 5 कप ऑफ मैं वाटर लेते सी 5 तो बाद में 6 कप ऑफ वाटर लेता है तो 6 ग्लास वाटर का लेता है तो 6 वाटर तो मेनू जो यूटिलिटी मिलेगी दैट इज कॉल्ड मार्जिनल यूटिलिटी एक एक्स्ट्रा यूनिट ਨੂੰ ਯੂਜ਼ ਕਰਨ ਤੋਂ ਬਾਅਦ ਇੱਕ ਐਕਸਟਰਾ ਯੂਨਿਟ ਦੀ ਡਿਮਾਂਡ ਕਰਨ ਤੋਂ ਬਾਅਦ ਮੈਨੂੰ ਉਸ ਯੂਨਿਟ ਤੋਂ ਜੋ ਯੂਟਿਲਿਟੀ ਮਿਲੇਗੀ दैट इज कॉल्ड मार्जिनल यूटिलिटी ਆਪਾਂ ਕਹਿ ਸਕਦੇ ਹਾਂ marginal utility is the addition made to total utility by consuming one more unit of a commodity ਜਦੋਂ ਆਪਾਂ total unit ਦੇ ਵਿੱਚ one more unit of a commodity ਨੂੰ use ਕਰਦੇ ਹਾਂ ਤਾਂ total utility ਦੇ ਵਿੱਚ ਜੋ ਚੇਂਜ ਆਏਗਾ ਉਸ utility ਨੂੰ ਉਸ good ਨੂੰ use ਕਰਨ ਤੋਂ ਬਾਅਦ that is called marginal utility ਨੂੰ ਆਪਾਂ measure ਕਰ ਸਕਦੇ ਹਾਂ mu is equal to अपनी 6 कप ऑफ वाटर तो मिलने वाली यूटिलिटी माइनस 5 कप ऑफ वाटर तो मिलने वाली यूटिलिटी हुन वाले तो पिछली वाली कप ऑफ वाटर की यूटिलिटी माइनस करांगे दैट इज अ मार्जिनल यूटिलिटी तो ਇਹਦਾ ਫਾਰਮੂਲਾ ਇੱਕ ਹੋਰ ਹੈ ਮਾਰਜਨਲ ਯੂਟਿਲਿਟੀ ਇਕੁਅਲ ਟੂ ਚੇਂਜ ਇਨ ਟੋਟਲ ਯੂਟਿਲਿਟੀ ਡਿਵਾਈਡ ਬਾਈ ਚੇਂਜ ਇਨ ਕੁਆਂਟੀਟੀ ਕਿ ਟੋਟਲ ਯੂਟਿਲਿਟੀ ਦੇ ਵਿੱਚ ਜੋ ਚੇਂਜ ਆਇਆ ਐਂਡ ਕੁਆਂਟੀਟੀ ਦੇ ਵਿੱਚ ਜੋ ਚੇਂਜ ਆਇਆ ਦੋਨਾਂ ਨੂੰ ਡਿਵਾਈਡ ਕਰ ਦਵਾਂਗੇ ਤਾਂ ਆਪਣੀ ਮਾਰਜਨਲ ਜਿਹੜੀ ਯੂਟਿਲਿਟੀ ਉਹ ਕੈਲਕੂਲੇਟ ਹੋ ਜਾਏਗੀ ਤੇ ਜਿਹੜੀ ਮਾਰਜਨਲ ਯੂਟਿਲਿਟੀ ਹੁੰਦੀ ਹੈ ਇਹ 3 ਟਾਈਪਸ ਦੀ ਹੁੰਦੀ ਹੈ ਇਹ ਪੋਜ਼ਿਟਿਵ ਵੀ ਹੋ ਸਕਦੀ ਹੈ ਇਹ ਸਿਫਰ ਵੀ ਹੋ ਸਕਦੀ ਹੈ ਤੇ ਇਹ ਨੈਗੇਟਿਵ ਵੀ ਹੋ ਸਕਦੀ ਹੈ ਸਭ ਤੋਂ ਪਹਿਲਾਂ ਪੋਜ਼ਿਟਿਵ ਮਾਰਜਨਲ ਯੂਟਿਲਿਟੀ ਕੀ ਹੁੰਦੀ ਆ ਕਹਿੰਦੇ ਇਫ ਬਾਈ ਕੰਜ਼ਿਊਮਰ consuming additional unit of a commodity total utility goes on increasing then the marginal utility of these units will be positive ਕਹਿੰਦੇ ਫॉर ਐਗਜ਼ਾਮਪਲ ਆਪਾਂ ਨੇ ਇੱਕ ਐਕਸਟਰਾ ਯੂਨਿਟ ਕਿਸੇ ਕਮੋਡਿਟੀ ਦਾ ਯੂਜ਼ ਕੀਤਾ ਹੈ ਤਾਂ ਉਸ ਐਕਸਟਰਾ ਯੂਨਿਟ ਯੂਜ਼ ਕਰਨ ਤੋਂ ਬਾਅਦ ਅਗਰ ਤਾਂ ਮੇਰੀ ਜਿਹੜੀ ਟੋਟਲ ਯੂਟਿਲਿਟੀ ਹੈ ਪੋਜ਼ਿਟਿਵ ਹੈ ਟੋਟਲ ਯੂਟਿਲਿਟੀ ਦੇ ਵਿੱਚ ਇਨਕਰੀਜ਼ ਹੋਇਆ ਹੈ ਦੈਨ ਮੈਂ ਕਹਿ ਸਕਦਾ ਕਿ ਜਿਹੜੀ ਮੇਰੀ ਮਾਰਜਨਲ ਯੂਟਿਲਿਟੀ ਹੋ ਗਈ ਆ ਪੋਜ਼ਿਟਿਵ ਹੈ ਫॉर ਐਗਜ਼ਾਮਪਲ ਮੈਂ 5 ਕੱਪ ਜਿਹੜਾ ਹੈਗਾ ਵਾਟਰ ਦਾ ਪੀਤਾ 5 कप ऑफ वाटर पीते ने उन्होंने मैंने 20 यूटिलिटी मिली है एक जो मैं एक्स्ट्रा कप ऑफ वाटर 6 कप ऑफ वाटर लिता ता वो 6 कप ऑफ वाटर दे थ्रू मेरी यूटिलिटी जेडी ओ मेनू कितनी मिली है 2 मिली है देन 20 plus 2 is equal to 22 so this is a positive marginal utility क्योंकि मेरी यूटिलिटी ਦੇ ਵਿੱਚ ਕੀ ਹੋਇਆ ਹੈ ਇਨਕਰੀਜ਼ ਹੋਇਆ ਮੇਰੀ ਟੋਟਲ ਯੂਟਿਲਿਟੀ ਵਧੀ ਆ ਜਿਵੇਂ ਕਿ ਫਰਸਟ ਕੱਪ ਆਫ ਵਾਟਰ ਤੋਂ ਮੈਨੂੰ 8 ਯੂਟਿਲਿਟੀ ਮਿਲੀ ਆ ਪਲੱਸ ਅਗਰ ਸੈਕੰਡ ਲਵਾਂਗਾ ਤਾਂ ਮੈਨੂੰ 6 ਮਿਲੀ ਆ ਤਾਂ 8 plus 6 is equal to 14 8 ਤੋਂ 14 ਤੇ ਗਿਆ ਪੋਜ਼ਿਟਿਵ ਹੈ ਟੋਟਲ ਯੂਟਿਲਿਟੀ ਦੇ ਵਿੱਚ ਇਨਕਰੀਜ਼ ਹੋਇਆ ਹੈ ਦੈਨ ਆਪਾਂ ਕਹਿ ਸਕਦੇ ਹਾਂ ਪੋਜ਼ਿਟਿਵ ਮਾਰਜਨਲ ਯੂਟਿਲਿਟੀ and zero marginal utility kado hoegi kende if the consumption of an additional unit of a commodity is no change in total utility it means the marginal utility of the addition units will be zero ਕਹਿੰਦੇ ਜਦੋਂ ਆਪਾਂ ਇੱਕ ਕਮੋਡਿਟੀ ਦਾ ਇੱਕ ਐਕਸਟਰਾ ਯੂਨਿਟ ਯੂਜ਼ ਕਰਦੇ ਆ ਤਾਂ ਉਹਦੇ ਨਾਲ ਸਾਡੀ ਜਿਹੜੀ ਟੋਟਲ ਯੂਟਿਲਿਟੀ ਹੈ ਜਦੋਂ ਉਹਦੇ ਵਿੱਚ ਕੋਈ ਵੀ ਚੇਂਜ ਨਹੀਂ ਆਉਂਦਾ ਟੋਟਲ ਯੂਟਿਲਿਟੀ ਪਹਿਲਾਂ ਜਿੰਨੀ ਹੀ ਰਹਿੰਦੀ ਆ ਤਦੋਂ ਤੋਂ ਕੀ ਹੁੰਦੀ ਹੈ ਜਿਹੜੀ ਸਾਡੀ ਮਾਰਜਨਲ ਯੂਟਿਲਿਟੀ ਕੀ ਹੁੰਦੀ ਆ ਜ਼ੀਰੋ ਹੁੰਦੀ ਆ ਐਂਡ ਉਸ ਤੋਂ ਬਾਅਦ ਹੈ ਸਾਡਾ ऋणात्मक सीमांत तुष्टिगुण ਜਿਹਨੂੰ ਆਪਾਂ ਨੈਗੇਟਿਵ ਮਾਰਜਨਲ ਯੂਟਿਲਿਟੀ ਬੋਲਦੇ ਆ ਕਹਿੰਦੇ ਇਫ ਦਾ ਕੰਜ਼ੰਪਸ਼ਨ ਆਫ ਐਨ ਐਡੀਸ਼ਨਲ ਯੂਨਿਟ ਆਫ ਅ ਕਮੋਡਿਟੀ ਜਦੋਂ ਆਪਾਂ ਇੱਕ ਐਡੀਸ਼ਨਲ ਯੂਨਿਟ ਨੂੰ ਲੈਂਦੇ ਆ ਕਿਸੇ ਵੀ ਕਮੋਡਿਟੀ ਦੀ ਹੋਰ ਇਕਾਈ ਨੂੰ ਲੈਂਦੇ ਆ ਤਾਂ ਇਹਦੇ ਨਾਲ ਜਦੋਂ ਸਾਡੀ ਟੋਟਲ ਯੂਟਿਲਿਟੀ ਘਟਣੀ ਸਟਾਰਟ ਹੋ ਜਾਵੇ ਤਾਂ ਦੈਟ ਇਜ਼ ਅ ਨੈਗੇਟਿਵ ਮਾਰਜਨਲ ਯੂਟਿਲਿਟੀ ਕਿ ਅਸੀਂ 7th ਕੱਪ ਆਫ ਵਾਟਰ ਲਿੱਤਾ ਹੈ ਜਿਹਦੇ ਨਾਲ ਸਾਡੀ ਜਿਹੜੀ ਸਿਹਤ ਹੈ ਖਰਾਬ ਹੋ ਗਈ ਸਾਡੀ ਯੂਟਿਲਿਟੀ ਨੈਗੇਟਿਵ ਹੋ ਗਈ ਉਸ ਤੋਂ ਸਾਨੂੰ ਕੋਈ ਵੀ ਯੂਟਿਲਿਟੀ ਨਹੀਂ ਮਿਲੀ ਅਗਰ ਮੈਨੂੰ ਪਹਿਲਾਂ 6 ਯੂਨਿਟ ਤੇ 22 ਟੋਟਲ ਯੂਟਿਲਿਟੀ ਮਿਲਦੀ ਸੀ ਲੇਕਿਨ ਹੁਣ 7th कप ऑफ वाटर लिखता था मेरी यूटिलिटी कितनी रहेगी -2 रहेगी ठीक है
then that is why 18 रह गई ਜਾਂ ਫਿਰ ਤਾਂ ਫਿਰ ਇਹ ਕੀ ਆ ਨੈਗੇਟਿਵ ਮਾਰਜਨਲ ਯੂਟਿਲਿਟੀ ਕਿ ਮੇਰੀ ਜਿਹੜੀ ਯੂਟਿਲਿਟੀ ਉਹ ਕੀ ਹੋਈ ਆ ਡਾਊਨ ਹੋਈ ਆ ਦਿਸ ਇਜ਼ ਦਾ 3 ਜਿਹੜੀਆਂ ਸੀਗੀਆਂ ਆਪਣੇ ਟਾਈਪਸ ਆਫ ਮਾਰਜਨਲ ਯੂਟਿਲਿਟੀ ਪੋਜ਼ਿਟਿਵ ਜ਼ੀਰੋ ਐਂਡ ਨੈਗੇਟਿਵ ਅਗਰ ਇੱਕ ਐਡੀਸ਼ਨਲ ਯੂਨਿਟ ਆਫ ਅ ਕਮੋਡਿਟੀ ਦਾ ਯੂਜ਼ ਕਰਨ ਦੇ ਨਾਲ ਟੋਟਲ ਯੂਟਿਲਿਟੀ ਦੇ ਵਿੱਚ ਇਨਕਰੀਜ਼ ਹੁੰਦਾ ਦੈਟ ਇਜ਼ ਅ ਪੋਜ਼ਿਟਿਵ ਮਾਰਜਨਲ ਯੂਟਿਲਿਟੀ ਅਗਰ ਟੋਟਲ ਯੂਟਿਲਿਟੀ ਦੇ ਵਿੱਚ ਡਿਕਰੀਜ਼ ਹੁੰਦਾ ਦੈਟ ਇਜ਼ ਅ ਰਿਣਾਤਮਕ ਨੈਗੇਟਿਵ ਮਾਰਜਨਲ ਯੂਟਿਲਿਟੀ ਅਗਰ ਟੋਟਲ ਯੂਟਿਲਿਟੀ ਦੇ ਵਿੱਚ ਕੋਈ ਚੇਂਜ ਨਹੀਂ ਹੁੰਦਾ ਟੋਟਲ ਯੂਟਿਲਿਟੀ ਪਹਿਲਾਂ ਜਿੰਨੀ ਹੀ ਰਹਿੰਦੀ ਹੈ ਦੈਟ ਇਜ਼ ਅ ਜ਼ੀਰੋ ਮਾਰਜਨਲ ਯੂਟਿਲਿਟੀ ਨਾਓ ਦ ਨੈਕਸਟ ਇਜ਼ ਕੁੱਲ ਤੁਸ਼ਟੀਗੁਣ ਅਤੇ ਸੀਮਾਂਤ ਤੁਸ਼ਟੀਗੁਣ ਦੇ ਵਿੱਚ ਸੰਬੰਧ ਕਹਿੰਦੇ ਜਿਹੜਾ ਟੋਟਲ ਯੂਟਿਲਿਟੀ ਆ ਅਤੇ ਜਿਹੜੀ ਆਪਣੀ ਮਾਰਜਨਲ ਯੂਟਿਲਿਟੀ ਆ ਉਹਨਾਂ ਦੇ ਵਿੱਚ ਕੀ ਰਿਲੇਸ਼ਨਸ਼ਿਪ ਆ ਮਾਰਜਨਲ ਯੂਟਿਲਿਟੀ ਜਿਹੜੀ ਸਾਨੂੰ ਉਹ ਕਿਸੇ ਵੀ ਇੱਕ ਯੂਨਿਟ ਤੋਂ ਮਿਲਣ ਵਾਲੀ ਜਿਹੜੀ ਯੂਟਿਲਿਟੀ ਆ ਉਹਨੂੰ ਡਿਸਕ੍ਰਾਈਬ ਕਰ ਸਕਦੀ ਹੈ ਇੰਡੀਵਿਜੂਅਲੀ ਲੇਕਿਨ ਜਿਹੜੀ ਟੋਟਲ ਯੂਟਿਲਿਟੀ ਆ ਉਹ ਕੀ ਹੁੰਦੀ ਆ ਸਮ ਆਫ ਮਾਰਜਨਲ ਯੂਟਿਲਿਟੀ ਹੁੰਦੀ ਹੈ ਜਿਵੇਂ ਕਿ ਤੁਸੀਂ ਇਸ ਟੇਬਲ ਦੇ ਵਿੱਚ ਦੇਖ ਸਕਦੇ ਹੋ टोटल यूटिलिटी आपने देखी है कि जिन्ने भी आप यूनिट्स जिन्ने भी कमोडिटीज के यूनिट्स यूज करते हैं उन्होंने तो मिलने वाली जो यूटिलिटी में आप एड अप करेंगे दैट इज अ टोटल यूटिलिटी एंड मार्जिनल यूटिलिटी जो आप एक एक्स्ट्रा यूनिट ऑफ अ कमोडिटी नु यूज करते तो उस यूनिट तो सानू की सैटिस्फैक्शन दा यूटिलिटी मिल रही है दैट इज अ मार्जिनल यूटिलिटी जिवें कि तुसीं इस टेबल दे विच देख सकते हो अपनी जो क्वांटिटीज ऑफ x good है and total utility of x good and marginal utility of x good सब तो पहला देखो किसी भी कमोडिटी दियां मैं 8 यूनिट्स ने जेडे ओ ले रही हां 8 यूनिट्स ले रही हां एंड टोटल यूटिलिटी मेरी की है 63 है क्योंकि एंड पे 63 है एंड जेडी अपनी मार्जिनल यूटिलिटी है पहले मेरी पॉजिटिव है फिर मेरी जीरो है फिर मेरी नेगेटिव है ਤਾਂ ਦੇਖਦੇ ਹਾਂ ਤੇ ਦੋਨੋਂ ਦੇ ਵਿੱਚ ਕੀ ਰਿਲੇਸ਼ਨਸ਼ਿਪ ਹੈ ਟੋਟਲ ਯੂਟਿਲਿਟੀ ਐਂਡ ਮਾਰਜਨਲ ਯੂਟਿਲਿਟੀ ਦੇ ਵਿੱਚ ਫਸਟ ਆਫ ਆਲ ਕਹਿੰਦੇ ਜਦੋਂ ਮੈਂ ਇੱਕ ਯੂਨਿਟ ਫॉर ਐਗਜ਼ਾਮਪਲ ਆਪਾਂ ਕੀ ਆਈਸਕ੍ਰੀਮ ਮੰਨ ਲੈਂਦੇ ਆ ਐਕਸ ਗੁੱਡ ਕੋਈ ਵੀ ਆਈਸਕ੍ਰੀਮ ਮੰਨ ਲੈਂਦੇ ਆਪਾਂ ਜਦ ਮੈਂ ਇੱਕ ਆਈਸਕ੍ਰੀਮ ਲਿੱਤੀ ਫਰਸਟ ਆਈਸਕ੍ਰੀਮ ਲਿੱਤੀ ਤਾਂ ਉਸ ਤੋਂ ਮੈਨੂੰ ਜਿਹੜੀ ਟੋਟਲ ਯੂਟਿਲਿਟੀ ਮਿਲੀ ਆ ਉਹ ਕਿੰਨੀ ਮਿਲੀ 30 ਮਿਲੀ ਆ ਕਹਿੰਦੇ ਵਨ ਆਈਸਕ੍ਰੀਮ ਲੈਣ ਦੇ ਨਾਲ ਜਿਹੜੀ ਟੋਟਲ ਯੂਟਿਲਿਟੀ 30 ਮਿਲੀ ਨਾ ਆਪਾਂ ਇਨੀਸ਼ੀਅਲ ਯੂਟਿਲਿਟੀ ਵੀ ਬੋਲ ਸਕਦੇ ਆ ਕਿਉਂਕਿ ਫਰਸਟ यूनिट लैंड दे नाल जो मैंने फर्स्टली सैटिस्फैक्शन होएगी यूटिलिटी मिलेगी दैट इज द इनिशियल यूटिलिटी द फर्स्ट यूनिट कप ऑफ आइसक्रीम लेता तो मेरी 30 यूटिलिटी मिली है तो मेरी मार्जिनल यूटिलिटी फर्स्ट कप ऑफ आइसक्रीम तो भी किया 30 ही है एंड उस तो बाद जब मैं एक यूनिट ऐड किया एक एडिशनल यूनिट ऑफ अ कमोडिटी लेता एक आइसक्रीम का कप होर लेता ਤਾਂ ਉਸ ਦੇ ਨਾਲ ਮੇਰੀ ਜਿਹੜੀ ਟੋਟਲ ਯੂਟਿਲਿਟੀ ਉਹ ਇਨਕਰੀਜ਼ ਹੋ ਗਈ ਤਾਂ ਮੇਰੀ ਟੋਟਲ ਯੂਟਿਲਿਟੀ ਇਨਕਰੀਜ਼ ਹੋ ਕੇ ਕਿੰਨੀ ਹੋ ਗਈ 55 ਹੋ ਗਈ ਠੀਕ ਹੈ 30 to 55 ਤੇ ਮਾਰਜਨਲ ਯੂਟਿਲਿਟੀ ਕਿੰਨੀ ਹੈ 25 ਹੈ 25 ਕਹਿੰਦੇ ਸੈਕੰਡ ਯੂਨਿਟ ਤੋਂ ਜੋ ਮੈਨੂੰ ਸੈਟੀਸਫੈਕਸ਼ਨ ਮਿਲਿਆ ਦੈਟ ਇਜ਼ ਅ 25 ਕਿੱਦਾਂ ਆਪਾਂ ਦੇਖ ਸਕਦੇ ਹਾਂ ਜਿਹੜੀ ਆਪਣੀ ਸੈਕੰਡ ਯੂਨਿਟ ਦੀ ਯੂਟਿਲਿਟੀ ਹੈ ਉਹਦੇ ਵਿੱਚ ਜਦੋਂ ਆਪਾਂ ਫਰਸਟ ਯੂਨਿਟ ਦੀ ਯੂਟਿਲਿਟੀ ਨੂੰ ਮਾਈਨਸ ਕਰਾਂਗੇ ਟੋਟਲ ਯੂਟਿਲਿਟੀ ਦੇ ਵਿੱਚ 55 ਦੇ ਵਿੱਚੋਂ 30 ਨੂੰ ਮਾਈਨਸ ਕਰਾਂਗੇ ਤਾਂ ਸਾਡੇ ਕੋਲ ਕੀ ਰਹਿ ਜਾਏਗਾ 25 ਰਹਿ ਜਾਏਗਾ ਕਿ ਫਰਸਟ ਤੋਂ ਸਾਨੂੰ 30 ਹੋਈ ਸੀ ਸੈਕੰਡ ਤੋਂ ਸਾਨੂੰ 25 ਹੋਇਆ ਠੀਕ ਹੈ 25 of marginal utility and total utility ਕਿੰਨੀ ਹੋਈ ਆ ਦੋਨਾਂ ਦਾ ਐਡ ਅਪ ਦੈਟ ਇਜ਼ ਅ 55 ਐਂਡ ਉਸ ਤੋਂ ਬਾਅਦ ਜਦੋਂ ਆਪਾਂ ਥਰਡ ਕੱਪ ਆਫ ਆਈਸਕ੍ਰੀਮ ਲਿੱਤਾ ਤਾਂ ਉਸ ਦੇ ਥਰੂ ਮੇਰੀ ਫਿਰ ਟੋਟਲ ਯੂਟਿਲਿਟੀ ਇਨਕਰੀਜ਼ 75 ਐਂਡ ਜਿਹੜੀ ਮੇਰੀ ਮਾਰਜਨਲ ਯੂਟਿਲਿਟੀ ਆ ਉਹ ਮੇਰੀ 20 ਉਹ ਵੀ ਪੋਜ਼ਿਟਿਵ ਹੈ ਲੇਕਿਨ ਡਿਕਰੀਜ਼ ਹੈ ਪਹਿਲਾਂ ਦੇ ਨਾਲੋਂ ਮੈਨੂੰ ਯੂਟਿਲਿਟੀ ਘੱਟ ਮਿਲੀ ਆ 20 ਮਿਲੀ ਆ ਐਂਡ ਉਸ ਤੋਂ ਬਾਅਦ ਜਿਹੜੀ ਮੇਰੇ 4 ਆਈਸ ਕੱਪ ਆਫ ਆਈਸਕ੍ਰੀਮ ਲਿੱਤੇ 4 ਯੂਨਿਟ ਐਡੀਸ਼ਨਲ ਲਿੱਤਾ ਤਾਂ ਉਹਦੇ ਥਰੂ ਮੇਰੀ ਮਾਰਜਨਲ ਯੂਟਿਲਿਟੀ ਕਿੰਨੀ ਆ 15 ਆ ਐਂਡ ਟੋਟਲ ਯੂਟਿਲਿਟੀ 90 ਆ ਅਜੇ ਵੀ ਪੋਜ਼ਿਟਿਵ ਹੈ ਜਦੋਂ ਤੱਕ ਪੋਜ਼ਿਟਿਵ ਹੈ ਮੈਂ ਬਾਈ ਕਰੂੰਗਾ ਉਹਨਾਂ ਨੂੰ ਐਂਡ ਮਾਰਜਨਲ ਯੂਟਿਲਿਟੀ ਜਦੋਂ ਤੱਕ ਮੇਰੀ ਪੋਜ਼ਿਟਿਵ ਹੈ ਤਦ ਤੱਕ ਮੈਂ ਕੱਪ ਆਫ ਆਈਸਕ੍ਰੀਮਸ ਨੂੰ ਯੂਜ਼ ਕਰਦਾ ਜਾਊਂਗਾ ਉਸ ਤੋਂ ਬਾਅਦ ਮੈਂ 6 ਕੱਪ ਆਫ ਆਈਸਕ੍ਰੀਮ ਲਿੱਤੀ ਮੇਰੀ ਟੋਟਲ ਯੂਟਿਲਿਟੀ 98 ਐਂਡ ਮੇਰੀ ਮਾਰਜਨਲ ਯੂਟਿਲਿਟੀ 0 ਮਾਰਜਨਲ ਯੂਟਿਲਿਟੀ 0 ਆ ਮਤਲਬ 6 ਕੱਪ ਆਫ ਆਈਸਕ੍ਰੀਮ ਲੈਣ ਦੇ ਨਾਲ ਮੇਰੀ ਯੂਟਿਲਿਟੀ ਦੇ ਵਿੱਚ ਕੋਈ ਵੀ ਚੇਂਜ ਨਹੀਂ ਆਇਆ ਮੇਰੀ ਯੂਟਿਲਿਟੀ 0 ਹੈ ਜਿੰਨੀ ਪਹਿਲਾਂ ਸੀ ਉਨੀ ਹੀ ਹੈ ਉਸ ਤੋਂ ਮੈਨੂੰ ਕੋਈ ਯੂਟਿਲਿਟੀ ਨਹੀਂ ਮਿਲੀ ਪਹਿਲਾਂ 8 ਸੀ ਜਦਕਿ ਮੇਰੀ 5th ਕੱਪ ਆਫ ਆਈਸਕ੍ਰੀਮ ਤੋਂ ਹੁਣ ਮੇਰੀ 0 ਹੋ ਗਈ ਮੈਨੂੰ ਇਸ ਤੋਂ ਕੋਈ ਯੂਟਿਲਿਟੀ ਨਹੀਂ ਮਿਲੀ ਤਾਂ 98 ਮਾਈਨਸ 98 6 ਕੱਪ ਤੋਂ ਮਿਲਣ ਵਾਲੀ ਟੋਟਲ ਯੂਟਿਲਿਟੀ ਮਾਈਨਸ 5th ਕੱਪ ਤੋਂ ਮਿਲਣ ਵਾਲੀ ਟੋਟਲ ਯੂਟਿਲਿਟੀ ਦਾ ਮਾਈਨਸ ਕਰਾਂਗੇ ਦੋਨਾਂ ਦਾ ਤਾਂ ਮਾਰਜਨਲ ਯੂਟਿਲਿਟੀ ਆਫ 6 ਕੱਪ ਦੀ ਮੇਰੇ ਕੋਲ 0 ਹੈ no utility through the 6th cup of ice cream and उसके बाद मैं 7th cup of ice cream नु यूज किया मेरी total utility की होगी डिक्रीज होगी total utility डिक्रीज होके कितनी होगी 98 to 88 ਤੇ ਮੇਰੀ ਜਿਹੜੀ ਮਾਰਜਨਲ ਯੂਟਿਲਿਟੀ ਹੈ ਉਹ ਨੈਗੇਟਿਵ ਚੱਲੇਗੀ ਮੀਨਸ ਨੈਗੇਟਿਵ ਮੈਨੂੰ ਨੁਕਸਾਨ ਹੋ ਰਿਹਾ 7th ਕੱਪ ਆਫ ਆਈਸਕ੍ਰੀਮ ਦਾ ਦੈਟ ਇਜ਼ ਅ -10
उस तो बाद मैं 8 कप ऑफ आइसक्रीम लिता तो उस तो मेरी टोटल यूटिलिटी फिर डिक्रीज 63 एंड मेरी मार्जिनल यूटिलिटी नेगेटिव -25। ਤਾਂ ਇਸ ਤੋਂ ਸਾਨੂੰ ਕੀ ਲੱਗਦਾ ਹੈ ਇਹਨਾਂ ਦੇ ਵਿੱਚ ਕੀ ਰਿਲੇਸ਼ਨਸ਼ਿਪ ਹੈ ਕਿ ਜਦੋਂ ਟੀ ਯੂ ਮੇਰਾ ਪੋਜ਼ਿਟਿਵ ਹੈ ਇਨਕਰੀਜ਼ ਹੋ ਰਿਹਾ ਹੈ ਉਦੋਂ ਮੇਰੀ ਜਿਹੜੀ ਐਮ ਯੂ ਹੈ ਦੈਟ ਇਜ਼ ਅ ਪੋਜ਼ਿਟਿਵ ਮਾਰजिनल यूटिलिटी ਜਦੋਂ ਮੇਰਾ ਟੀ ਯੂ ਇਨਕਰੀਜ਼ ਹੋ ਰਿਹਾ अगर कहते टी यू मेरा कांस्टेंट है जिमें कि फिफ्थ कप ऑफ आइसक्रीम एंड सिक्स्थ कप ऑफ आइसक्रीम पहले 4 यूनिट ऑफ आइसक्रीम जो मैं लै रहा मेरा जो फिफ्थ यूनिट ऑफ आइसक्रीम लै रहा तो मेरा जो टी यू है वो इनक्रीज हो रहा है एंड मेरी एम यू की पॉजिटिव है जो मैं सिक्स्थ कप ऑफ आइसक्रीम लैना तो मेरे टी यू के कोई चेंज नहीं है टी यू मेरा सेम है उदो मार्जिनल यूटिलिटी की है मेरी 0 है जो मैं 7th एंड 8th आइसक्रीम लेना है तब मेरी टोटल यूटिलिटी डिक्रीज हो रही है मेरी मार्जिनल यूटिलिटी नेगेटिव हो रही है तो आप कह सकते हैं जो टी यू इंक्रीज हो रही है एम यू पॉजिटिव है जो टी यू कॉन्स्टेंट है एम यू 0 है जो टी यू डिक्रीज हो रहा है एम यू नेगेटिव होना स्टार्ट हो गया दिस इज द रिलेशनशिप बिटवीन द टोटल यूटिलिटी एंड मार्जिनल यूटिलिटी एंड द नाउ नेक्स्ट इज डायग्राम ऑफ टोटल यूटिलिटी एंड मार्जिनल यूटिलिटी दोनों के रिलेशनशिप की डायग्राम है तुसी देख सकते हो जी ऊपर वाली डायग्राम है वो साडी टोटल यूटिलिटी नु शो कर रही है एंड नीचे वाली डायग्राम है मार्जिनल यूटिलिटी ऑफ बर्गर दी यूटिलिटी नु शो कर रही है इत्थे कहंदे यूटिलिटी लिखा होया बर्गर दी एंड बर्गर दी टोटल यूटिलिटी एंड मार्जिनल यूटिलिटी तो दोनों दे विच रिलेशन है जो ऊपर वाली फर्स्ट डायग्राम है वो ओ एक्सिस ते यूनिट्स ऑफ बर्गर लिखता है ओ वाई ते टोटल यूटिलिटी फ्रॉम बर्गर लिखता है एंड नीचे वाली डायग्राम्स दे विच ओ एक्स ते मार्जिनल यूटिलिटी यूनिट्स ऑफ बर्गर कि कितने बर्गर्स मैं ले रहे हैं ते ओ वाई ते मार्जिनल यूटिलिटी फ्रॉम बर्गर्स लिखा तो सब तो पहले आप ऊपर वाली डायग्राम देखते हैं ऊपर वाली डायग्राम्स दे विच की है जदों आपां अपने जिवें जिवें आपां एडिशनल यूनिट्स लैंदे जा रहे हैं अपनी जी टी यू फर्स्टली इंक्रीज हो रही है फिर कांस्टेंट है उस तो बाद टी यू डिक्रीज हो रही है जिवें कि जब मैं फर्स्ट बर्गर लिता अपना फर्स्ट वर्क तो मेरी यूटिलिटी कितनी मिली है 8 मिली है तो फर्स्ट डायग्राम दे विच तुसीं देख सकते हो फर्स्ट बर्गर लैन दे नाल मैंने जो फर्स्ट बर्गर तो यूटिलिटी मिली है दैट इज अ 8 जो मैं एक होर बर्गर लिता तो उस दे नाल मेरी टोटल यूटिलिटी इंक्रीज होगी तो मेरी टोटल यूटिलिटी इंक्रीज होगी कितनी होगी 8 to 12 ते मैं एक होर बर्गर लिता तो मेरी टोटल यूटिलिटी फिर इंक्रीज हुई ठीक है थर्ड बर्गर के नाल मेरी टोटल यूटिलिटी इंक्रीज होके कितनी होगी 16 होगी एंड उस तो बाद मैं एक होर एडिशनल यूनिट लिता होर बर्गर लिता फोर्थ तो उस तो मैंने जी यूटिलिटी मिली है वो कितनी है 20 है फोर्थ तो बाद मैं एक होर फिफ्थ बर्गर लिता फिफ्थ बर्गर तो मैंने जो यूटिलिटी मिली है दैट इज अ 20 ठीक है फिर 20 है फोर्थ एंड फिफ्थ बर्गर तो जो मैंने यूटिलिटी मिली है दैट इज अ 20 मींस फोर्थ तो मैंने 20 यूटिलिटी मिल रही है टोटल यूटिलिटी एंड फिफ्थ तो मैंने टोटल यूटिलिटी 20 ही मिल रही है मतलब फिफ्थ जो मैं बर्गर यूज किया था तो मेरी टोटल यूटिलिटी के बीच कोई भी चेंज नहीं है तद कहते फर्स्ट तो लैके फोर्थ यूनिट जो मैं यूज करूंगा बर्गर के 4 यूनिट्स लूंगा तब मेरी टोटल यूटिलिटी की हो रही है इंक्रीज हो रही है एंड फिफ्थ ते मेरी टोटल यूटिलिटी कांस्टेंट है अगर उस तो बाद में मैं 6th बर्गर यूज लेना है ता मेनू 6th बर्गर तो मेरी जी मिलने वाली टोटल यूटिलिटी मेरी की हो रही है डिक्रीज हो रही है फिफ्थ तक फिफ्थ ते कांस्टेंट फोर्थ ते टोटल यूटिलिटी इंक्रीज एंड 6th बर्गर ते मेरी टोटल यूटिलिटी की हो रही है डिक्रीज हो रही है फिफ्थ बर्गर ते मेरी टी यू की मैक्सिमम है टोटल यूटिलिटी मेरी मैक्सिमम है जिमें जिमें मैं नंबर ऑफ बर्गर्स नु वधांदा जा रहा पहले मेरी यूटिलिटी टोटल यूटिलिटी इंक्रीज हो रही है एक पॉइंट पे आके मेरी मैक्सिमम हो जाएगी तो उस तो बाद मेरी टोटल यूटिलिटी डिक्रीज होनी स्टार्ट हो जाएगी एंड नीचे तुसी मार्जिनल यूटिलिटी देख सकते हो ओ एक्स अक्ष ते यूनिट्स ऑफ बर्गर लिखे हुए ने एंड ओ वाई ते मार्जिनल यूटिलिटी फ्रॉम बर्गर्स लिखी हुई है जी एम यू है वो की लेफ्ट राइट डाउनवर्ड है जो रिलेशनशिप दस रही है विद द यूनिट्स ऑफ बर्गर्स एंड मार्जिनल यूटिलिटी नेगेटिव रिलेशनशिप दस रही है कि जिमें जिमें मैं नंबर ऑफ जो बर्गर्स ने उन्होंने क्वांटिटी इंक्रीज करता जा रहा है मेरी जी मार्जिनल यूटिलिटी होती जा रही है डिक्रीज होती जाती है जिमें जिमें असं किसी चीज को लोड तो वध यूज करते जाने तो उस तो सानू मिलने वाली यूटिलिटी जी होती जाती है डिमिनिशिंग होती जाती है
ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਜਦੋਂ ਮੈਂ ਫਰਸਟ ਯੂਨਿਟ ਯੂਜ਼ ਕੀਤਾ ਤਾਂ ਮੈਨੂੰ ਉਸ ਤੋਂ ਜਿਹੜੀ ਮਾਰਜਨਲ ਯੂਟਿਲਿਟੀ ਮਿਲ ਰਹੀ ਹੈ ਦੈਟ ਇਜ਼ ਅ 8 ਐਂਡ ਜਦੋਂ ਮੈਂ ਸੈਕੰਡ ਯੂਨਿਟ ਆਫ 버ਗਰ ਲਿੱਤਾ ਉਸ ਤੋਂ ਜਿਹੜੀ ਮੇਰੀ ਮਾਰਜਨਲ ਯੂਟਿਲਿਟੀ ਉਹ ਘਟ ਕੇ ਮੇਰੀ ਕਿੰਨੀ ਹੋਗੀ 4 ਹੋਗੀ ਐਂਡ ਥਰਡ 버ਗਰ ਤੇ ਮੇਰੀ ਉਸ ਤੋਂ ਘਟ ਗਈ ਐਂਡ ਉਸ ਤੋਂ ਬਾਅਦ फोर्थ बर्गर तो भी कट रही है एंड फिफ्थ बर्गर ते मेरी मार्जिनल यूटिलिटी और मेरी की होगी 0 होगी एंड फिफ्थ बार जब मैं सिक्स बर्गर लिखता मेरी मार्जिनल यूटिलिटी की होगी नेगेटिव होगी तब कहते जिथे मेरी मार्जिनल यूटिलिटी 0 है फिफ्थ बर्गर ते उत्थे मेरी ਜਿਹੜੀ टोटल यूटिलिटी होगी है मैक्सिमम है क्योंकि टोटल यूटिलिटी ਦੇ ਵਿੱਚ ਕੋਈ ਵੀ ਚੇਂਜ ਨਹੀਂ ਹੈਗਾ ਉੱਥੇ ਮੇਰੀ टोटल यूटिलिटी ਕੀ ਹੈ मैक्सिमम है ਜਿੱਥੇ ਮੇਰੀ मार्जिनल यूटिलिटी 0 है एंड जिथे कहते मेरी टोटल यूटिलिटी फिफ्थ तो बाद सिक्स वर्गर ते डिक्रीज होनी स्टार्ट होगी उत्थे कहते मेरी जी मार्जिनल यूटिलिटी की होनी स्टार्ट होगी नैगेटिव होनी स्टार्ट होगी ठीक है जिथों कहते टी यू डिक्रीज हो रहे हैं उत्थे मेरी एम यू नैगेटिव है जिथे टी यू मैक्सिमम है उत्थे एम यू 0 है जिथे टी यू इंक्रीज हो रही है उत्थे एम यू मेरी की है पॉजिटिव है सेम जिवें कि अपने टेबल्स दे विच देखिया सी दिस इज अ रिलेशनशिप बिटवीन द टोटल यूटिलिटी एंड मार्जिनल यूटिलिटी अगर टीयू डिक्रीज हो रही है नंबर ऑफ यूनिट्स ज्यादा लैन दे नाल टोटल यूटिलिटी इंक्रीज होएगी जिथे उत्थे मार्जिनल यूटिलिटी पॉजिटिव होएगी जिथे टोटल यूटिलिटी मैक्सिमम होएगी उत्थे मार्जिनल यूटिलिटी 0 होएगी जिथे टोटल यूटिलिटी डिक्रीज होनी स्टार्ट होगी उत्थे मार्जिनल यूटिलिटी नेगेटिव होनी स्टार्ट हो जाएगी दिस इज द रिलेशनशिप बिटवीन द मार्जिनल यूटिलिटी एंड टोटल यूटिलिटी ਆਪਾਂ ਜਿਹੜੀ ਆਪਣੀ ਟੋਟਲ ਯੂਟਿਲਿਟੀ ਉਹਨੂੰ ਮਾਰਜਨਲ ਯੂਟਿਲਿਟੀ ਦੇ ਥਰੂ ਵੀ ਕੈਲਕੂਲੇਟ ਕਰ ਸਕਦੇ ਹਾਂ ਜਦੋਂ ਆਪਾਂ ਮਾਰਜਨਲ ਯੂਟਿਲਿਟੀ ਦਾ ਟੋਟਲ ਕਰਦੇ ਹਾਂ ਤਾਂ ਆਪਾਂ ਜਿਹੜੀ ਟੋਟਲ ਯੂਟਿਲਿਟੀ ਉਹ ਦਿਖ ਜਾਏਗੀ ਨਾਓ ਦਾ ਲਾਅ ਆਫ ਯੂਟਿਲਿਟੀ ਐਨਾਲਿਸਿਸ ਕਹਿੰਦੇ ਡਿਫਰੈਂਟ ਲਾਜ਼ ਨੇ ਤਾਂ ਕਹਿੰਦੇ ਡਿਫਰੈਂਸ ਬਿਟਵੀਨ ਟੋਟਲ ਐਂਡ ਮਾਰਜਨਲ ਯੂਟਿਲਿਟੀ ਵਿੱਚ ਪੈਰਾਡੌਕਸਿਸ ਆਫ ਵੈਲਿਊਜ਼ ਹੈ ਕਹਿੰਦੇ ਕਈ ਜਿਹੜੇ ਗੁੱਡਸ ਨੇ ਕਹਿੰਦੇ ਉਹ ਕਹਿੰਦੇ ਆਪਾਂ ਨਾਰਮਲੀ ਸਮਝ ਜਾਂਦੇ ਆ ਕਿ जिन्हां दी वैल्यू ज्यादा होंदी है उन्हां तो आपां नूं ज्यादा यूटिलिटी मिलेगी ते जिन्हां दी वैल्यू घट होंदी है उन्हां तो आपां घट यूटिलिटी मिलेगी कहंदे लेकिन ये पॉसिबल नहीं हुंदा कई बार कहंदे जेड़ा आपां अब डायमंड जां आपां वाटर ले लईए तां आपां नूं जदों प्यास लगे तां अपनी जिहड़ी पानी दी वैल्यू अपने लिए ज्यादा है पानी दी जबकि प्राइस घट है वैल्यू घट है लेकिन इहदी यूटिलिटी सानूं पानी तो की मिलदी है ज्यादा मिलदी है एंड कंज्यूमर सरप्लस के केस दे विच भी कई गुड्स कहंदे आपां ਸਾਨੂੰ ਇੰਨੀ ਯੂਟਿਲਿਟੀ ਮਿਲਦੀ ਹੈ ਉਹਨਾਂ ਨੂੰ ਆਪਾਂ ਉਹਨਾਂ ਦੀ ਜ਼ਿਆਦਾ ਕੀਮਤ ਦੇਣ ਦੇ ਲਈ ਤਿਆਰ ਹੁੰਦੇ ਹਾਂ ਲੇਕਿਨ ਆਪਾਂ ਨੂੰ ਉਹ ਘੱਟ ਪ੍ਰਾਈਸਿਸ ਦੇ ਵਿੱਚ ਮਿਲ ਜਾਂਦਾ ਹੈ ਤਾਂ ਆਪਣੇ ਜਿਹੜਾ ਕੰਜ਼ਿਊਮਰ ਸਰਪਲਸ ਹੁੰਦਾ ਹੈ ਤੇ ਆਪਾਂ ਨੂੰ ਯੂਟਿਲਿਟੀ ਵੀ ਜ਼ਿਆਦਾ ਮਿਲਦੀ ਹੈ ਅੱਗੇ ਹੈ ਲਾਅ ਆਫ ਯੂਟਿਲਿਟੀ ਐਨਾਲਿਸਿਸ ਕਹਿੰਦੇ ਯੂਟਿਲਿਟੀ ਐਨਾਲਿਸਿਸ ਦੇ ਟੂ ਲਾਜ਼ ਨੇ ਜਿਹੜੇ ਆਪਾਂ ਨੇ ਪੜ੍ਹਨੇ ਨੇ ਫਰਸਟ ਇਜ਼ ਲਾਅ ਆਫ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ ਸੈਕੰਡ ਇਜ਼ ਅ ਲਾਅ ਆਫ ਇਕੁਅਲ ਮਾਰਜਨਲ ਯੂਟਿਲਿਟੀ ठीक है एक ला आपने आज करना है आप कल करांगे तो जरा ये ला ऑफ डिमिनिशिंग मार्जिनल यूटिलिटी है ये इंपॉर्टेंट लॉ है ठीक है तो फर्स्ट लॉ आप करांगे लॉ ऑफ डिमिनिशिंग मार्जिनल यूटिलिटी तो लॉ ऑफ डिमिनिशिंग मार्जिनल यूटिलिटी जेडे सानू ये की दसदा है कहंदे फाउंडेशन स्टोन है यूटिलिटी एनालिसिस दा कहंदे ਇਹਦੇ ਵਿੱਚ ਕਹਿੰਦੇ ਆਪਾਂ ਇਹ ਡੇਲੀ ਆਪਣੀ ਲਾਈਫ ਦੇ ਵਿੱਚ ਐਕਸਪੀਰੀਅੰਸ ਕਰ ਸਕਦੇ ਹਾਂ ਇਹ ਲॉ ਦੇ ਨਾਲ लॉ दे लिए ठीक है जिवें कि मोबाइल फोन्स का टाइम है ठीक है मोबाइल फोन्स जिवें कि फर्स्टली मेरे को फॉर एग्जांपल ठीक है अपन अपनी रियल लाइफ की एग्जांपल देख लेने आ घटदे समान सृष्टिगुण दे नियम ਨੂੰ ਦੇਖਣ ਦੇ ਲਈ लॉ ऑफ डिमिनिशिंग मार्जिनल यूटिलिटी ਨੂੰ ਦੇਖਣ ਦੇ ਲਈ ਜਿਵੇਂ ਕਿ ਫਰਸਟਲੀ ਮੈਨੂੰ ਫੋਨ ਮਿਲਿਆ ਸੀਗਾ 10 ਜਾਂ +2 ਦੇ ਵਿੱਚ ਜਿਵੇਂ ਕਿ ਫਰਸਟ ਟਾਈਮ ਮੈਨੂੰ ਫੋਨ ਮਿਲਿਆ ਸੀ ਜਦ ਮੈਨੂੰ ਤਾਂ ਉਸ ਤੋਂ ਮੈਨੂੰ ਜਿਹੜੀ ਯੂਟਿਲਿਟੀ ਮਿਲੀ ਸੀ ਉਹ ਬਹੁਤ ਜ਼ਿਆਦਾ ਮਿਲੀ ਸੀ मैं अपने फ्रेंड्स को भी दिखाया कि मैंने फोन मिले है एने दा है इथों लिता है ਇਹਦੀ ਇਹ ਇੰਨੀ ਸਾਲ ਦੀ ਗਾਰੰਟੀ ਹੈ ਠੀਕ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਫੀਚਰਸ ਨੇ ਜੇ ਉਹ ਨਾ ਲੇਕਿਨ ਜਦੋਂ ਖਰਾਬ ਹੋ ਗਿਆ ਸੋ ਮੈਨੂੰ ਸੈਕਿੰਡ ਟਾਈਮ ਫੋਨ ਮਿਲੇ ਤਾਂ ਮੈਨੂੰ ਉਸ ਤੋਂ ਥੋੜੀ ਜਿਹੀ ਯੂਟਿਲਿਟੀ ਘਟ ਗਈ ਕਿਉਂਕਿ ਮੇਰੇ ਕੋਲ ਪਹਿਲਾ ਫੋਨ ਸੀ ਅਗਰ ਮੈਨੂੰ ਫਿਰ ਤੋਂ ਥਰਡ ਟਾਈਮ ਫੋਨ ਮਿਲਦਾ ਤਾਂ ਮੈਨੂੰ ਉਸ ਤੋਂ ਘੱਟ ਯੂਟਿਲਿਟੀ मतलब जिवें जिवें नंबर ऑफ फोन्स ने जिहड़े मेरे कोल ओह वधदे जाणगे तां फोन्स तो मिलण वाली जिहड़ी यूटिलिटी ओह मेरे लिए की हुंदी जाएगी घट हुंदी जाएगी हुण अगर मेरा फोन खराब भी हो जाता है तां 1-2 दिन बाद मैनूं पता है मिल जाना है तां मैनूं इसको इन्नी यूटिलिटी नहीं मिलेगी जब मैं न्यू ले लूंगी जिन्नी मैनूं फर्स्ट टाइम मिली सी तां कहंदे कि आ जिवें जिवें अपने कोल नंबर ऑफ जिहड़े मोबाइल फोन्स ने ओह गो ऑन इंक्रीजिंग हुंदे जाणगे तद उन्हां दी जिहड़ी यूटिलिटी उन्हां तों मिलण वाली ओह मेरी हौली हौली की हुंदी जाएगी घटदी जाएगी
ਜਿਵੇਂ ਕਿ ਫੋਰ ਐਗਜ਼ਾਮਪਲ ਆਪਾਂ ਫੂਡ ਲੈਂਦੇ ਆ, ਆਪਾਂ ਨੂੰ ਅਗਰ ਬਹੁਤ ਜ਼ਿਆਦਾ ਭੁੱਖ ਲੱਗੀ ਆ, ਆਪਾਂ 1 ਚਪਾਤੀ ਲੈਂਦੇ ਆ ਤਾਂ 1 ਚਪਾਤੀ ਤੋਂ ਜੋ ਉਹਨੂੰ ਸੈਟਿਸਫੈਕਸ਼ਨ ਮਿਲਦੀ ਆ ਉਹ ਬਹੁਤ ਜ਼ਿਆਦਾ ਹੁੰਦੀ ਆ। ਸੈਕੰਡ ਤੋਂ ਲੈਂਦੇ ਆ ਤਾਂ ਉਹ ਉਸ ਤੋਂ ਘੱਟ ਹੁੰਦੀ ਆ, ਥਰਡ ਲੈਂਦੇ ਆ ਉਸ ਤੋਂ ਘੱਟ ਹੁੰਦੀ ਆ, ਫੋਰਥ ਲੈਂਦੇ ਆ ਤਾਂ ਉਸ ਤੋਂ ਘੱਟ ਸੈਟਿਸਫੈਕਸ਼ਨ ਮਿਲਦੀ ਆ, ਕਿਉਂਕਿ ਮੇਰੀ ਜਿਹੜੀ ਨੀਡਸ ਆ, ਮੇਰੀਆਂ ਵਾਂਟਸ ਨੇ ਜਿਹੜੀਆਂ ਉਹ ਪੂਰੀਆਂ ਹੁੰਦੀਆਂ ਜਾਂਦੀਆਂ ਨੇ, ਮੇਰੀ ਭੁੱਖ ਪੂਰੀ ਹੁੰਦੀ ਜਾਂਦੀ। ਤਾਂ ਇੱਕ ਪੁਆਇੰਟ ਏਦਾਂ ਦਾ ਹੁੰਦਾ ਹੈ ਕਿ ਮੈਂ ਕਹਿ ਦੇਣਾ ਕਿ ਨਹੀਂ ਬਸ ਮੈਂ ਹੋਰ ਚਪਾਤੀ ਨਹੀਂ ਲੈਣੀ, ਅਗਰ ਮੈਨੂੰ ਦਿੱਤੀ ਵੀ ਜਾਂਦੀ ਹੈ ਧੱਕੇ ਨਾਲ ਤਾਂ ਮੈਨੂੰ ਉਸ ਤੋਂ ਕੋਈ ਯੂਟਿਲਿਟੀ ਨਹੀਂ ਮਿਲਦੀ, ਮੇਰੀ ਯੂਟਿਲਿਟੀ ਜ਼ੀਰੋ ਹੁੰਦੀ ਹੈ। ਐਂਡ ਅਗਰ ਉਸ ਤੋਂ ਬਾਅਦ ਵੀ ਮੈਂ ਲੈਣਾ ਹੈ ਤਾਂ ਮੇਰੀ ਯੂਟਿਲਿਟੀ ਨੈਗੇਟਿਵ ਹੋਣੀ ਸਟਾਰਟ ਹੋ ਜਾਂਦੀ ਹੈ, ਕਿਉਂਕਿ ਮੇਰੀ ਸਿਹਤ ਤੇ ਅਸਰ ਪੈਂਦਾ ਹੈ। ਤਾਂ ਇਸੇ ਤਰ੍ਹਾਂ ਜਿਵੇਂ ਜਿਵੇਂ ਸਾਡੇ ਕੋਲ ਕਿਸੇ ਵੀ ਚੀਜ਼ ਦੀ ਜਿਹੜੀ ਕੁਆਂਟੀਟੀ ਆ ਇਨਕਰੀਜ਼ ਹੋਣਾ ਸਟਾਰਟ ਹੋ ਜਾਂਦੀ ਹੈ, ਤਾਂ ਉਸ ਤੋਂ ਮਿਲਣ ਵਾਲੀ ਜਿਹੜੀ ਯੂਟਿਲਿਟੀ ਉਹ ਮੇਰੀ ਕੀ ਹੁੰਦੀ ਜਾਂਦੀ ਆ, ਡਿਮਿਨਿਸ਼ਿੰਗ ਹੁੰਦੀ ਜਾਂਦੀ ਆ, ਘਟਦੀ ਜਾਂਦੀ ਹੈ। ਤਾਂ ਆਪਾਂ ਕਹਿ ਸਕਦੇ ਆ, ਇਹਦੀ ਡੈਫੀਨੇਸ਼ਨ ਕਹਿ ਸਕਦੇ ਆ ਪ੍ਰੋਫੈਸਰ ਸੈਮੂਅਲਸਨ ਦੇ ਅਨੁਸਾਰ, ਜਿਵੇਂ ਜਿਵੇਂ ਕਿਸੇ ਵਸਤੂ ਦੇ ਉਪਭੋਗ ਦੀ ਮਾਤਰਾ ਵੱਧਦੀ ਹੈ, ਉਸ ਵਸਤੂ ਦਾ ਸੀਮਾਂਤ ਪੁਸ਼ਟੀਕਰਨ ਘੱਟ ਹੋਣ ਦੀ ਪ੍ਰਵਿਰਤੀ ਨੂੰ ਪ੍ਰਗਟ ਕਰਦਾ ਹੈ। ਉਹੀ ਗੱਲ ਹੈ ਕਿ ਜਿਵੇਂ ਜਿਵੇਂ ਆਪਾਂ ਕਿਸੇ ਵੀ ਵਸਤੂ ਦਾ ਉਪਭੋਗ ਜ਼ਿਆਦਾ ਕਰਨਾ ਸਟਾਰਟ ਕਰਦੇ ਹਾਂ ਤਾਂ ਸਾਨੂੰ ਉਸ ਤੋਂ ਮਿਲਣ ਵਾਲੀ ਜਿਹੜੀ ਮਾਰਜਨਲ ਯੂਟਿਲਿਟੀ ਉਹ ਸਾਡੀ ਕੀ ਹੋਣੀ ਸਟਾਰਟ ਹੋ ਜਾਂਦੀ ਹੈ, ਡਿਕਰੀਜ਼ਿੰਗ ਹੋਣੀ ਸਟਾਰਟ ਹੋ ਜਾਂਦੀ ਹੈ। ਮਾਰਜਨਲ ਯੂਟਿਲਿਟੀ ਸਾਡੀ ਕੀ ਹੋਣੀ, ਘਟਣੀ ਸਟਾਰਟ ਹੋ ਜਾਂਦੀ ਹੈ। ਜਿਵੇਂ ਜਿਵੇਂ ਆਪਾਂ ਇੱਕ ਯੂਨਿਟ ਤੋਂ ਬਾਅਦ ਸੈਕੰਡ, ਥਰਡ, ਫੋਰਥ, ਫਿਫਥ ਯੂਜ਼ ਕਰਦੇ ਹਾਂ, ਉਵੇਂ ਉਵੇਂ ਸਾਡੀ ਜਿਹੜੀ ਮਾਰਜਨਲ ਯੂਟਿਲਿਟੀ ਉਹ ਸਾਡੀ ਕੀ ਹੁੰਦੀ ਹੋਣੀ ਸਟਾਰਟ ਹੋ ਜਾਏਗੀ, ਡਿਮਿਨਿਸ਼ਿੰਗ ਹੋਣੀ ਸਟਾਰਟ ਹੋ ਜਾਏਗੀ। ਜਿਵੇਂ ਕਿ ਆਪਾਂ ਨੇ ਥ੍ਰੀ ਟਾਈਪਸ ਕੀਤੀਆਂ ਸੀਗੀਆਂ, ਇੱਕ ਟਾਈਮ ਪੋਜ਼ਿਟਿਵ ਹੋਏਗੀ, ਇੱਕ ਟਾਈਮ ਜ਼ੀਰੋ ਹੋਏਗੀ, ਫਿਰ ਨੈਗੇਟਿਵ ਹੋਣੀ ਸਟਾਰਟ ਹੋ ਜਾਏਗੀ। ਤਾਂ ਆਪਾਂ ਕਹਿ ਸਕਦੇ ਹਾਂ, ਕਹਿੰਦੇ ਜਿਹੜਾ ਐਪਲੀਕੇਸ਼ਨ ਆਫ ਐਨੀ ਲਾ ਆਫ ਇਕਨੋਮਿਕਸ ਇਜ਼ ਸਬਜੈਕਟ ਟੂ ਫੁਲਫਿਲ ਦਾ ਸਰਟੇਨ ਕੰਡੀਸ਼ਨਸ। ਕਹਿੰਦੇ ਹਰ ਇੱਕ ਜਿਹੜਾ ਹੈ ਥਿਊਰੀਜ਼ ਨੂੰ ਪੂਰਾ ਹੋਣ ਦੇ ਲਈ ਕੁਝ ਕਹਿੰਦੇ ਜਿਹੜੇ ਸਬਜੈਕਟਸ ਨੇ ਉਹਨਾਂ ਨੂੰ ਫੁਲਫਿਲ ਹੋਣਾ ਜ਼ਰੂਰੀ ਹੈ, ਕੁਝ ਅਸੰਪਸ਼ਨ ਦਾ ਹੋਣਾ ਜ਼ਰੂਰੀ ਹੈ। ਤਾਂ ਕੀ ਅਜੰਪਸ਼ਨਸ ਨੇ ਜੋ ਆਪਾਂ ਲਾ ਆਫ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ ਦੇ ਵਿੱਚ ਲੈਣੇ ਆ? ਤਾਂ ਫਰਸਟ ਇਜ਼ ਦਾ utility can be measured in the cardinal numbers 1 2 3 4. Marginal utility of money remains constant. Marginal utility of every commodity is independent, means har ek jehdi commodity odi utility ki hai independent hai. Every unit of a commodity being used in the same quantity on size. ਜਿਵੇਂ ਕਿ ਮੈਂ ਫਰਸਟ 5 ਚਪਾਤੀ ਲਿੱਤੀ, ਉਸ ਤੋਂ ਬਾਅਦ ਸੈਕੰਡ, ਥਰਡ, ਫੋਰਥ, ਸਾਈਜ਼, ਸ਼ੇਪ ਸਭ ਕੁਝ ਉਹਨਾਂ ਦਾ ਕੀ ਹੈ, ਸੇਮ ਹੈ। And there is a continuous consumption of a commodity. ਜਦੋਂ ਮੈਂ ਕਿਸੇ ਵੀ ਆਪਣੀ ਕਮੋਡਿਟੀ ਦੀ ਯੂਟਿਲਿਟੀ ਦੇਖਣੀ ਹੈ ਤਾਂ ਉਹਨਾਂ ਨੂੰ ਮੈਂ ਕੰਟੀਨਿਊਸਲੀ ਕੀ ਕਰ ਰਿਹਾ, ਕੰਜ਼ਿਊਮ ਕਰ ਰਿਹਾ, ਬਾਏ ਕਰ ਰਿਹਾ, ਉਹਨਾਂ ਦੀ ਕੰਜ਼ੰਪਸ਼ਨ ਕਰ ਰਿਹਾ। suitable quantity of commodity is consumed. There is no change in the income of the consumers. ਇੱਥੇ consumers ਦੀ income fix ਹੈ and price of a commodity fix ਹੈ, ਕਿਸੇ ਵੀ ਗੁੱਡ ਦਾ ਕੋਈ ਵੀ close substitution ਨਹੀਂ ਹੈਗਾ। There is no change in taste, preference, fashion, habits and character of the consumers. अभी किसी चीज ਦੇ ਵਿੱਚ ਕੋਈ change ਨਹੀਂ ਹੈ। ਤਾਂ ਆਪਾਂ ਦੇਖਦੇ ਹਾਂ ਜਿਹੜੀ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ ਹੈ ਉਸ ਦਾ ਟੇਬਲ ਸਾਨੂੰ ਦਿਖਾਇਆ ਹੋਇਆ ਹੈ। ਇੱਥੇ ਵਾਟਰ ਦੀ ਐਗਜ਼ਾਮਪਲ ਦਿੱਤੀ ਹੈ ਕਿ ਵਾਟਰ ਦੇ ਕਲਾਸਿਸ ਦੇ ਥਰੂ ਆਪਾਂ ਨੂੰ ਜਿਹੜੀ ਮਾਰਜਨਲ ਯੂਟਿਲਿਟੀ ਹੈ ਉਹਨੂੰ ਦਿਖਾਇਆ ਹੋਇਆ ਹੈ, ਟੋਟਲ ਯੂਟਿਲਿਟੀ ਨੂੰ ਦਿਖਾਇਆ ਹੋਇਆ ਹੈ, ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ ਨੂੰ ਡਿਸਕ੍ਰਾਈਬ ਕੀਤਾ ਹੋਇਆ ਹੈ। ਤਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਫਰਸਟ ग्लास ऑफ वाटर लेता है मैंने, उस तो टोटल यूटिलिटी 20 मिल रही है एंड मार्जिनल यूटिलिटी भी मेरी की है 20 ही है। एक एक्स्ट्रा जड़ा है ग्लास ऑफ वाटर लिखता है, सेकंड यूनिट ऑफ वाटर लिखता मैं, सेकंड क्लास जो मैं लिखता पानी पीता कर मैंने उस तो टोटल यूटिलिटी इंक्रीज हो गई 32 एंड मार्जिनल यूटिलिटी मेरी डिक्रीज हो गई कितनी होगी 12 होगी। जब को प्यास लगी सी मैंने फर्स्ट ग्लास ऑफ वाटर के थ्रू मैंने 20 यूटिलिटी मिल गया, मैंने रिलीफ मिल गया एंड सेकंड ग्लास ऑफ वाटर लिखता मैंने उस तो घट यूटिलिटी मिल गया, उन्नी नहीं मिली जितनी पहला तो मिली सी, जबकि वो पानी उतना ही है, यूटिलिटी मेरी घट के कितनी होगी 12 होगी। अगर मैं थर्ड ग्लास ऑफ वाटर फिर और पानी का ग्लास लूंगा तो मैंने उस तो भी घट संतुष्टि मिलेगी 8 मिलेगी। 12 तो कट के सैटिस्फैक्शन कितनी मिलेगी मैंने 8 एंड उसके बाद मैं एक और ग्लास ऑफ वाटर फोर्थ ग्लास ऑफ वाटर लेता था उस तो मेरी यूटिलिटी कितनी मिली है मैंने 2 मिली है। मतलब थर्ड ग्लास ऑफ वाटर तो घट मिली है 2 मिली है एंड अगर फिफ्थ ग्लास ऑफ वाटर लूंगा तो मैंने उस तो कोई भी यूटिलिटी नहीं मिलेगी क्योंकि मैं पहले ही फुल मैं सैटिस्फाई हूँ, ठीक है। तो मेरी यूटिलिटी 0 है एंड अगर मैं 6th ग्लास ऑफ वाटर एक और लूंगा दिस इज ओवरडोज देन मेरी ਇੱਥੇ ਕੀ ਆ ਮਾਰਜਨਲ ਯੂਟਿਲਿਟੀ ਮੇਰੀ ਕੀ ਆ ਨੈਗੇਟਿਵ ਹੈ, ਡਿਮਿਨਿਸ਼ਿੰਗ ਹੈ। ਤਾਂ ਇਸ ਤੋਂ ਇਹ ਵੀ ਸ਼ੋ ਹੋ ਰਿਹਾ ਹੈ ਟੋਟਲ ਯੂਟਿਲਿਟੀ ਮੇਰੀ ਜਿਹੜੀ ਹੈ ਪੋਜ਼ਿਟਿਵ ਹੈ, ਟੋਟਲ ਯੂਟਿਲਿਟੀ ਜਦ ਮੇਰੀ ਇਨਕਰੀਜ਼ ਹੋ ਰਹੀ ਹੈ, ਮਾਰਜਨਲ ਯੂਟਿਲਿਟੀ ਮੇਰੀ ਪੋਜ਼ਿਟਿਵ ਹੈ। ਟੋਟਲ ਯੂਟਿਲਿਟੀ ਜਦੋਂ ਮੈਂ 5th ਐਂਡ 4th ਕਲਾਸ ਆਫ ਵਾਟਰ ਲੈ ਰਿਹਾ ਕਾਂਸਟੈਂਟ ਹੈ, ਕੋਈ ਵੀ ਚੇਂਜ ਨਹੀਂਗਾ।
तब मेरी मार्जिनल यूटिलिटी 5th क्लास ऑफ वाटर ते 0 है एंड 6th क्लास ऑफ वाटर ले रहे हैं, टोटल यूटिलिटी डिक्रीज एंड मार्जिनल यूटिलिटी डिमिनिशिंग हो रही है, नेगेटिव हो रही है। ठीक है, दैन जो मैं अपनी रियल लाइफ ਤੇ ਵੀ ਅਪਲਾਈ ਹੁੰਦਾ ਹੈ, ਜਿਵੇਂ ਜਿਵੇਂ ਮੇਰੇ ਕੋਲ ਕੋਈ ਵੀ ਗੁੱਡਸ ਦੀ ਕੁਆਂਟੀਟੀ ਇਨਕਰੀਜ਼ ਹੁੰਦੀ ਜਾਂਦੀ ਹੈ ਤਾਂ ਮੈਨੂੰ ਉਸ ਗੁੱਡ ਤੋਂ ਮਿਲਣ ਵਾਲੀ ਜਿਹੜੀ ਯੂਟਿਲਿਟੀ ਹੈ ਉਹ ਹੁੰਦੀ ਜਾਂਦੀ ਆ, ਘਟਦੀ ਜਾਂਦੀ ਹੈ। ਪਹਿਲਾਂ ਯੂਟਿਲਿਟੀ ਜ਼ਿਆਦਾ ਮਿਲਦੀ ਹੈ, ਇਨੀਸ਼ੀਅਲ ਯੂਟਿਲਿਟੀ ਹਮੇਸ਼ਾ ਹੀ ਕੀ ਰਹੇਗੀ, ਜ਼ਿਆਦਾ ਰਹੇਗੀ। ਠੀਕ ਹੈ, ਉਸ ਤੋਂ ਬਾਅਦ ਸੈਕੰਡ, ਥਰਡ, ਫੋਰਥ, ਫਿਫਥ, ਸਿਕਸ ਬਾਅਦ ਦੇ ਵਿੱਚ ਜਿਹੜੀ ਮੇਰੀ ਯੂਟਿਲਿਟੀ ਉਹ ਕਿਸੇ ਵੀ ਗੁੱਡ ਤੋਂ ਕੀ ਹੋਏਗੀ, ਘਟਣੀ ਸਟਾर्ट हो जाएगी। तब कहते मार्जिनल यूटिलिटी पहला 20, फिर 12, फिर 8, फिर 2, फिर 0 मार्जिनल यूटिलिटी एक लेवल ते आके जिस कोई भी यूटिलिटी नहीं मिल रही मैंने 5th क्लास ऑफ वाटर ते एंड उस तो बाद मेरी यूटिलिटी नेगेटिव हो रही है। तो इत्थों की हो रहा है, लॉ ऑफ डिमिनिशिंग मार्जिनल यूटिलिटी अप्लाई हो रहा है कि जिमें जिमें मैं किसी भी गुड का ज्यादा यूज करता जाऊंगा, गुड का उपभोग करता जाऊंगा तो मेरी जी उस तो मिलने वाली जी यूटिलिटी है वो की जाएगी, डिमिनिशिंग होती जाएगी। That is the law of diminishing marginal utility. And then now next is table. Table देख चुके हैं, ਹੁਣ ਆਪਾਂ curve ਦੇ through ਦੇਖਦੇ ਹਾਂ, diagram ਦੇਖਦੇ ਹਾਂ। ਇੱਥੇ diminishing marginal utility ਦੀ ਜਿਹੜੀ diagram ਹੈ ਉਹ ਦਿਖਾਈ ਗਈ ਹੈ। ਉਹ x ਅਕਸ਼ ਤੇ ਜਿਹੜੀ ਹੈ ਆਪਣੀ number of units ਦਿਖਾਏ ਗਏ ਨੇ। ਠੀਕ ਹੈ, ਜਿਵੇਂ ਕਿ ਵਾਟਰ ਜਿਹੜਾ ਹੈ, ਵਾਟਰ ਦੀ ਕੁਆਂਟੀਟੀ ਦਿਖਾਈ ਗਈ ਹੈ, ग्लास ऑफ वाटर दी कितने ग्लास लिखते ने, मैं टोटल 6 ग्लास वाटर से लिखते ने। एंड उस तो बाद है जो मैं ओ वाई एक्सिस ते मार्जिनल यूटिलिटी दिखाई गई है। तो सब तो पहला देख सकते हो तुसी कि जो मैं 1 ग्लास ऑफ वाटर लिखता तो मेरी यूटिलिटी 20 एंड सेकंड ते 12, जिवें जिवें मैं नंबर ऑफ ग्लास ने वाटर के बताता जा रहे मेरी यूटिलिटी की होंदी स्टार्ट हो जाए, कटनी स्टार्ट हो रही है। तो इत्थे तुसी देख सकते हो जो मैं फर्स्ट ग्लास ऑफ वाटर लिखता तो मैंने उस तो कितनी यूटिलिटी मिली है, 6 मिली है। तो जी मेरी मार्जिनल यूटिलिटी है, डिमिनिशिंग मार्जिनल यूटिलिटी की होएगी लेफ्ट राइट डाउनवर्ड होएगी, जो सानू दसेगी कि जिमें जिमें मैं नंबर ऑफ क्वांटिटीज ज्यादा लेंदा जा रहा है किसी भी एक्स गुड दी तो उस तो मिलने वाली जी मेरी यूटिलिटी की होंदी जा रही है, डिमिनिशिंग होंदी जा रही है। तो इत्थे जो मैं 1 ग्लास ऑफ वाटर लिता तो मैंने उस तो यूटिलिटी कितनी मिली है, 6 मिली है ए पॉइंट ते। एंड उस तो बाद मैं सेकंड ग्लास वाटर दा लिता तो मैंने उस तो मेरी यूटिलिटी जेडी घट मिली है, पहले ते नालों कितनी मिली है, 4 मिली है। एक ग्लास 4 मैं तीजा वाटर का लिता तब मैंने उस तो होर यूटिलिटी घट मिलेगी सेकंड ग्लास ऑफ वाटर के नालों, सेकंड ते 4 सी, हुन थर्ड ते 2 रह गई। ते उस तो बाद मैं एक होर ग्लास ऑफ वाटर लिता, फोर्थ ग्लास था, उस तो मेरी जेडी यूटिलिटी है 0 है, मार्जिनल यूटिलिटी कोई भी यूटिलिटी नहीं मिली। एंड अगर मैं उस तो बाद एक होर पानी का ग्लास लूंगा तो मेरी जेडी उस तो मिलने वाली यूटिलिटी की हो जाएगी, नेगेटिव हो जाएगी। तो इतनी मेरी यूटिलिटी क्या -2 है 5th ग्लास ऑफ वाटर थे। अगर मैं 6 एक होर ग्लास वाटर का लूंगा तो मेरी यूटिलिटी होर कटेगी तो की होगी -4 होगी। जिमें जिमें मैं आगे 7th 8th नंबर ऑफ ग्लास ऑफ वाटर लवांगा मेरी यूटिलिटी नेगेटिव होती जाएगी। तो पहला था जिमें कि नंबर ऑफ यूनिट्स में इंक्रीज करना है, एम पॉजिटिव, उस तो बाद 0, उस तो बाद नेगेटिव। तो दिस इज द लॉ ऑफ डिमिनिशिंग मार्जिनल यूटिलिटी। जिमें जिमें मैं किसी वस्तु का यूज बढ़ाना जाना है तो उस तो मिलने वाली जी मेरी यूटिलिटी की होनी जाती है, डिमिनिशिंग होती जाती है। तो इत्थे क्या लॉ ऑफ डिमिनिशिंग मार्जिनल यूटिलिटी है जेड़ा वो अप्लाई होता है। आगे का एक्सेप्शंस। एक्सेप्शंस मींस कई रेयर केसेस ने जिदे विच लॉ ऑफ डिमिनिशिंग मार्जिनल यूटिलिटी अप्लाई नहीं हुंदा ਤਾਂ ਉਹ ਕਿਹੜੇ ਕੇਸਿਸ ਨੇ। ਫਰਸਟ ਇਜ਼ ਦੁਰਲਭ ਅਤੇ ਅਨੋਖੀਆਂ ਵਸਤੂਆਂ। ਕਹਿੰਦੇ ਕਿਊਰੀਅਸ ਐਂਡ ਰੇਅਰ ਥਿੰਗਸ। ਕਹਿੰਦੇ ਕਈ ਥਿੰਗਸ ਬਹੁਤ ਰੇਅਰ ਹੁੰਦੀਆਂ ਨੇ, ਬਹੁਤ ਪ੍ਰੀਸ਼ੀਅਸ ਹੁੰਦੀਆਂ ਨੇ, ਜਿਹੜੀਆਂ ਬਹੁਤ ਔਖੀਆਂ ਮਿਲਦੀਆਂ ਨੇ। ਕਹਿੰਦੇ ਉਹਨਾਂ ਦੇ ਕੇਸ ਦੇ ਵਿੱਚ ਲਾਅ ਆਫ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ ਅਪਲਾਈ ਨਹੀਂ ਹੁੰਦਾ, ਉਸਦੇ ਕੇਸਿਸ ਦੇ ਵਿੱਚ ਉਲਟ ਹੁੰਦਾ। ਜਿਵੇਂ ਕਿ ਕੀ ਹੋ ਗਿਆ, ਰੇਅਰ ਕੁਆਇਨਸ ਹੋ ਗਿਆ, 올ਡ ਕੁਆਇਨਸ ਹੋ ਗਿਆ, ਠੀਕ ਹੈ। कोई कहते रेयर पोर्ट्रेट हो गया, पोस्टेज स्टैंप्स हो गया। कहते जिमें जिमें इन्हां दी जिहड़ी नंबर ऑफ क्वालिटी है इंक्रीज हुंदी जांदी है, अपने कोल आपां इन्हां दा स्टॉक इकट्ठा करते जाने आ तां अपनी जिहड़ी यूटिलिटी सैटिस्फैक्शन आ ओ वधदी जांदी है, ना कि डिक्रीज हुंदी है। आपां सोचदे मेरे कोल इन्ने कॉइन्स इकट्ठे हो गए, मेरे कोल इन्ना ओल्ड कॉइन्स इकट्ठा हो गया, मेरे को आ पोएट्री पेंटिंग है, ठीक है, मेरे को ये स्टैंप्स इकट्ठियां ने, उवें उवें मेरी यूटिलिटी इंक्रीज होंदी जाएगी जिमें जिमें कि मेरे को नंबर ऑफ जड़ियां आइटम्स ने ज्यादा कलैक्ट होंगे। तो इत्थे जेहड़ा लॉ ऑफ डिमिनिशिंग मार्जिनल यूटिलिटी अप्लाई नहीं होएगा दुर्लभ ते अनोखियां वस्तुओं के केस दे विच। सैकंड हैगा कंजूस मनुख, जिन्हों ਆਪਾਂ ਮਿਸਟਰਸ ਬੋਲਦੇ ਆ। ਕਹਿੰਦੇ ਇਹਨਾਂ ਦੇ ਕੇਸ ਦੇ ਵਿੱਚ ਵੀ ਜਿਹੜਾ ਲਾਅ ਆਫ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ ਅਪਲਾਈ ਨਹੀਂ ਹੋਏਗਾ, ਕਿਉਂਕਿ ਜਿਹੜਾ ਕੰਜੂਸ ਮਨੁੱਖ ਹੈ ਅਗਰ ਉਹਦੇ ਕੋਲ ਪੈਸਾ ਆਂਦਾ ਰਹੇ, ਪੈਸਾ ਤਾਂ ਵੈਸੇ ਚਾਹੇ ਹਰ ਇੱਕ ਕੋਲ ਆਂਦਾ ਰਹੇ,
ਕਿਸੇ ਦੀ ਯੂਟਿਲਿਟੀ ਪੂਰੀ ਨਹੀਂ ਹੋਏਗੀ। ਪਹਿਲਾਂ ਉਹ ਕੀ ਕਰੇਗਾ, ਕੰਜੂਸੀ ਕਰਕੇ ਗੁड्स ਐਂਡ ਸਰਵਿਸਿਜ਼ ਨੂੰ ਘੱਟ ਬਾਏ ਕਰੇਗਾ, ਆਪਣਾ ਪੈਸੇ ਦਾ ਸਟਾਕ ਇਕੱਠਾ ਕਰਦਾ ਜਾਏਗਾ। ਜਿਵੇਂ ਜਿਵੇਂ ਪੈਸਾ ਇਨਕਰੀਜ਼ ਹੁੰਦਾ ਜਾਏਗਾ ਉਹਦੀ ਲਾਲਸਾ ਹੋਰ ਵੱਧਦੀ ਜਾਏਗੀ, ਉਹਦੀ ਯੂਟਿਲਿਟੀ ਹੋਰ ਵੱਧਦੀ ਜਾਏਗੀ। ਠੀਕ ਹੈ, ਕਹਿੰਦੇ ਇਸ ਕੇਸ ਦੇ ਵਿੱਚ ਵੀ ਕਹਿੰਦੇ ਜਿਹੜਾ ਆਪਣਾ ਲਾ ਆਫ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ ਉਹ ਅਪਲਾਈ ਨਹੀਂ ਹੋਏਗਾ। ਨੈਕਸਟ ਇਜ਼ ਗੁੱਡ ਬੁੱਕ ਔਰ ਪੋਇਮ। ਕਹਿੰਦੇ ਗੁੱਡ ਬੁੱਕ ਔਰ ਪੋਇਮ ਦੇ ਕੇਸ ਦੇ ਵਿੱਚ ਵੀ ਜਿਹੜੀ ਲਾ ਆਫ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ ਦਾ ਉਹ ਅਪਲਾਈ ਨਹੀਂ ਹੋਏਗਾ, ਕਿਉਂਕਿ ਜਿਹੜੀ ਬੁੱਕ ਮੈਨੂੰ ਚੰਗੀ ਲੱਗਦੀ ਹੈ, ਜਿਹੜੀ ਪੋਇਟਰੀ ਮੈਨੂੰ ਚੰਗੀ ਲੱਗਦੀ ਹੈ, ਜਿਵੇਂ ਜਿਵੇਂ ਮੈਂ ਉਹਨੂੰ ਸੁਣਦਾ ਜਾਵਾਂਗਾ ਜਾਂ ਪੜ੍ਹਦਾ ਜਾਵਾਂਗਾ ਮੇਰੀ ਯੂਟਿਲਿਟੀ ਇਨਕਰੀਜ਼ ਹੀ ਹੋਏਗੀ। ਬਟ ਕਹਿੰਦੇ ਇਹਨੂੰ ਕ੍ਰਿਟਿਸਾਈਜ਼ ਵੀ ਕੀਤਾ ਹੈ ਕਿ ਅਗਰ ਮੈਂ ਇੱਕੋ ਬੁੱਕ ਨੂੰ ਬਾਰ-ਬਾਰ ਪੜੂੰਗਾ ਜਾਂ ਇੱਕੋ ਪੋਇਟਰੀ ਨੂੰ ਬਾਰ-ਬਾਰ ਪੜੂੰਗਾ ਤਾਂ ਮੇਰੀ ਜਿਹੜੀ ਕਿਤੇ ਨਾ ਕਿਤੇ ਜਿਹੜੀ ਮਾਰਜਨਲ ਯੂਟਿਲਿਟੀ ਹੈ ਉਹ ਡਿਮਿਨਿਸ਼ਿੰਗ ਹੋਏਗੀ। लेकिन वैसे नो क्या है कि चंगी पुस्तक या कविता जिमें जिमें मैं पढ़ता जावांगा मेरी यूटिलिटी इंक्रीज होती जाएगी। न्यू अगर मैं पढ़ूंगा न्यू बुक्स एंड न्यू पोएट्री। ਅੱਗੇ ਹੈਗਾ ਆਪਣਾ ਸ਼ਰਾਬੀ ਮਨੁੱਖ, ਜਿਹੜਾ ਡਰੰਕਰਡ ਹੈ, ਕਹਿੰਦੇ ਉਸ ਦੇ ਕੇਸ ਦੇ ਵਿੱਚ ਲਾ ਆਫ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ ਹੈ ਜਿਹੜਾ ਉਹ ਅਪਲਾਈ ਨਹੀਂ ਹੁੰਦਾ, ਕਿਉਂਕਿ ਕਹਿੰਦੇ ਜਿਵੇਂ ਜਿਵੇਂ ਜਿਹੜਾ ਸ਼ਰਾਬੀ ਹੈ ਉਹ ਸ਼ਰਾਬ ਪੀਂਦਾ ਜਾਏਗਾ ਉਹਦੀ ਯੂਟਿਲਿਟੀ ਕਹਿੰਦੇ ਉਹ ਇਨਕਰੀਜ਼ ਹੁੰਦੀ ਜਾਏਗੀ, ਨਾ ਕਿ ਡਿਮਿਨਿਸ਼ਿੰਗ ਹੁੰਦੀ ਜਾਏਗੀ। ਕਹਿੰਦੇ ਉਹ ਉਦੋਂ ਤੱਕ ਡਿਕਰੀਜ਼ ਨਹੀਂ ਹੋਏਗੀ ਜਦੋਂ ਤੱਕ ਕਹਿੰਦੇ ਉਹ ਆਪਣੀ ਸੁੱਧ ਬੁੱਧ ਨਹੀਂ ਖੋਲੇਗਾ। ਅੱਗੇ ਉਸ ਤੋਂ ਬਾਅਦ ਹੈ ਪ੍ਰੰਬਲਿੰਗ ਇਕਾਈਆਂ, ਇਨੀਸ਼ੀਅਲ ਯੂਨਿਟਸ। ਕਹਿੰਦੇ ਹਰ ਇੱਕ ਕਮੋਡਿਟੀ ਨੂੰ ਜਦੋਂ ਆਪਾਂ ਫਸਟ ਟਾਈਮ ਯੂਜ਼ ਕਰਦੇ ਹਾਂ ਤਾਂ ਪ੍ਰੰਬਲਿੰਗ ਇਕਾਈਆਂ ਦੇ ਵਿੱਚ ਜਿਹੜੀ ਉਸ ਤੋਂ ਮਿਲਣ ਵਾਲੀ ਮਾਰਜਨਲ ਯੂਟਿਲਿਟੀ ਆ ਉਹ ਮੇਰੀ ਕੀ ਹੋਏਗੀ, ਇਨਕਰੀਜ਼ ਹੀ ਹੋਏਗੀ। ਉਹ ਇਨੀਸ਼ੀਅਲ ਯੂਨਿਟਸ ਦੇ ਵਿੱਚ ਮੇਰੀ ਮਾਰਜਨਲ ਯੂਟਿਲਿਟੀ ਸਭ ਤੋਂ ਜ਼ਿਆਦਾ ਹੋਏਗੀ, ਨਾ ਕਿ ਉਹ ਡਿਕਰੀਜ਼ ਹੋਏਗੀ। ਇਹ ਸੀਗਾ ਕਿ जिस केसेस ਦੇ ਵਿੱਚ ਮੇਰਾ ਲਾ ਆਫ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ ਅਪਲਾਈ ਨਹੀਂ ਹੋਏਗਾ। ਐਂਡ ਕਾਜ਼ਸ ਆਫ ਇਟਸ ਐਪਲੀਕੇਸ਼ਨਸ, ਕਹਿੰਦੇ ਕਿਉਂ ਅਪਲਾਈ ਹੁੰਦੀ ਹੈ ਜਿਹੜੀ ਇਹ ਲਾ ਆਫ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ ਆ। ਸਭ ਤੋਂ ਪਹਿਲਾਂ ਕਮੋਡਿਟੀਜ਼ ਆਰ ਇੰਪਰਫੈਕਟ ਸਬਸਟੀਟਿਊਸ਼ਨਸ, ਕਿਉਂਕਿ ਜਿਹੜੀਆਂ ਕਮੋਡਿਟੀਜ਼ ਨੇ ਉਹ ਇੰਪਰਫੈਕਟ ਸਬਸਟੀਟਿਊਸ਼ਨਸ ਨੇ। ਇਸ ਲਾ ਦੇ ਅਕੋਰਡਿੰਗ ਜਿਹੜੀਆਂ ਕਮੋਡਿਟੀਜ਼ ਨੇ ਉਹ ਇੱਕ दूसरे की जगह पे यूज नहीं किए जा सकते, जिवें कि टी की जगह पे कॉफी एंड कॉफी की जगह पे टी। अगर कहते सब्सटीट्यूशंस होना संभव है, अगर सब्सटीट्यूट करिए टी की जगह पे कॉफी, कॉफी की जगह पे टी, तद आप की करते एक टाइम टी लैने, दूसरे टाइम कॉफी लैने, एक टाइम टी दूसरे टाइम कॉफी, तो अपनी यूटिलिटी तो डिमिनिशिंग होएगी नहीं होएगी। अगर अपन लग भी रहे तो आप दूसरी गुड लैना स्टार्ट कर देवांगे। बट कहते अगर इम्परफेक्ट सब्सटीट्यूट्स ने अपन एक गुड्स का यूज करना, टी की जगह पे कॉफी नहीं ले सकते, सिर्फ टी का यूज करना, तब अपनी जी टोटल यूटिलिटी की होगी डिमिनिशिंग होगी। स्टेबिलिटी ऑफ पर्टिकुलर बॉन्ड्स, कहते हर एक जी बॉन्ड होंगी अपनी स्टेबल होंगी है, कहते जिवें जिवें अपनी अपनी बॉन्ड पूरी होती जाती है उवें उवें कहते जी अपनी उस तो मिलने वाली यूटिलिटी है वो की होती जाती है, डिमिनिशिंग होती जाती है। अल्टरनेटिव यूजेस, कहते हर एक कमोडिटी के की होंगे ने अल्टरनेटिव यूजेस होंगे ने। अगर अल्टरनेटिव यूजेस ने दैन कहते जिवें कि मिल्क है, अगर अपने मिल्क सिर्फ पीने के लिए यूज करना है तो अपनी जी यूटिलिटी कितने ना कितने घटेगी। ठीक है, अगर लेकिन अपने होर अल्टरनेटिव यूजेस के लिए भी यूज करना है तो मिल्क अपने को जितना भी होवे तो वो घट है, तो आप उसकी यूटिलिटी नहीं कर सकते। नैक्सट इज द घटते समान तुष्टिगुण राही मंग वक्र का निर्धारण, कहते डेरिवेशन ऑफ डिमांड कर्व विद द हेल्प ऑफ लॉ ऑफ डिमिनिशिंग मार्जिनल यूटिलिटी। आप डिमांड कर्व की डेरिवेशन किद्दां कर सकते हैं लॉ ऑफ डिमिनिशिंग मार्जिनल यूटिलिटी के थ्रू, तो आप देख सकते हैं कहने द प्राइस दैट अ कंज्यूमर पे फॉर अ कमोडिटी। हुण देखो मंग वक्र का निर्धारण, मंग वक्र मीनस डिमांड कर्व, डिमांड कर्व का रिलेशन किहदे नाल आ, प्राइस दे नाल है। प्राइस ते डिमांड का की हुंदा, नैगेटिव रिलेशनशिप हुंदा। इधर कहते मार्जिनल यूटिलिटी ते क्वांटिटीज का की हुंदा, नैगेटिव रिलेशनशिप हुंदा। तां कहते जिवें जिवें देखो प्राइस की हुंदा, प्राइस घटदा है जिवें जिवें अपनी डिमांड वधदी आ। अगर डिमांड वधेगी तो मार्जिनल यूटिलिटी डिक्रीज होएगी। जो प्राइस डिक्रीज होएगा इट्स मीन्स गुड्स की डिमांड ज्यादा, नंबर ऑफ यूनिट्स ज्यादा, तो मार्जिनल यूटिलिटी डिक्रीज। अगर प्राइस ज्यादा होएगा तो डिमांड घट होएगी, डिमांड घट होएगी तो मार्जिनल यूटिलिटी की होएगी, ज्यादा होएगी। इस तरह कहते आप मंग वक्र नूं कहते जिहड़ी अपनी मार्जिनल डिमिनिशिंग मार्जिनल यूटिलिटी कर्व है उहदे थ्रू डिस्क्राइब कर सकते हैं। तो किद्दां कर सकते हैं, जिवें कि इस डायग्राम दे विच दिखाया है, तुसीं देख सकते हो अपनी जिहड़ी टू डायग्राम्स ने। फर्स्ट डायग्राम के विच मार्जिनल यूटिलिटी एंड नंबर ऑफ क्वांटिटीज नूं दिखाया हुआ है, सैकेंड डायग्राम के विच डिमांड कर्व दिखाया है जो क्वांटिटीज के प्राइस नु शो करती है, एंड फर्स्ट डायग्राम क्वांटिटीज के मार्जिनल यूटिलिटी कर्व नु शो करती है।
कि किद्दां आपां जिहड़ी मंग वक्र है ਉਹਨੂੰ ਆਪਾਂ ਬਣਾ ਸਕਦੇ ਹਾਂ ਮਾਰਜਨਲ ਯੂਟਿਲਿਟੀ ਕਰਵਸ ਤੋਂ। ਤਾਂ ਫਰਸਟ ਤੁਸੀਂ ਦੇਖ ਸਕਦੇ ਹੋ ਜਿਹੜੀ ਲੈਫਟ ਡਾਇਗਰਾਮ ਹੈ ਆਪਾਂ ਉਹਨੂੰ ਸਟਾਰਟ ਕਰਦੇ ਹਾਂ। ਤਾਂ ਮਾਰਜਨਲ ਯੂਟਿਲਿਟੀ ਕਰਵ ਹੈ ਜੋ ਆਪਣੀ MU ਕੀ ਹੈ ਲੈਫਟ ਟੂ ਰਾਈਟ ਡਾਊਨਵਰਡ ਹੈ। ਫਰਸਟ ਡਾਇਗਰਾਮ ਦੇ ਵਿੱਚ ਜੋ ਗ੍ਰੀਨ ਕਰਵ ਹੈ ਜੋ ਸਾਨੂੰ ਰਿਲੇਸ਼ਨਸ਼ਿਪ ਦੱਸ ਰਹੀ ਹੈ ਨੰਬਰ ਆਫ ਕੁਆਂਟੀਟੀਜ਼ ਤੇ ਮਾਰਜਨਲ ਯੂਟਿਲਿਟੀ ਦੇ ਵਿੱਚ ਨੈਗੇਟਿਵ। ਤਾਂ ਕਹਿੰਦੇ ਜਦੋਂ ਆਪਾਂ ਨੰਬਰ ਆਫ ਕੁਆਂਟੀਟੀਜ਼ ਆ ਜਿਹੜੀਆਂ Q1 ਯੂਜ਼ ਕਰਦੇ ਹਾਂ Q1 ਕੁਆਂਟੀਟੀਜ਼ ਯੂਜ਼ ਕਰਦੇ ਹਾਂ मेरी ਉਹਨਾਂ ਤੋਂ ਮਾਰਜਨਲ ਯੂਟਿਲਿਟੀ ਕੀ ਮਿਲ ਰਹੀ ਹੈ ਮੈਨੂੰ MU1 ਮਿਲ ਰਹੀ ਹੈ। ਤਾਂ ਮਾਰਜਨਲ ਯੂਟਿਲਿਟੀ MU1 ਮਿਲ ਰਹੀ ਹੈ। ਤਾਂ ਆਪਾਂ ਦੇਖ ਸਕਦੇ ਕਿ ਕੋਈ ਵੀ ਕੰਜ਼ਿਊਮਰਸ ਕਹਿੰਦੇ ਇਕੁਇਲਿਬ੍ਰੀਅਮ ਦੇ ਵਿੱਚ ਕਦੋਂ ਹੁੰਦਾ ਹੈ ਜਦੋਂ ਉਹਨੂੰ ਉਸ ਗੁੱਡ ਤੋਂ ਮਿਲਣ ਵਾਲੀ ਜਿਹੜੀ ਯੂਟਿਲਿਟੀ ਹੈ ਉਹਦੇ ਪ੍ਰਾਈਸ ਦੇ ਇਕੁਅਲ ਨਹੀਂ ਹੁੰਦੀ। ठीक है तद कहते मार्जिनल यूटिलिटी MU1 है ਤਾਂ Q1 कमोडिटी ਦੇ ਲਈ ਮੈਂ ਕਿੰਨਾ ਪ੍ਰਾਈਸ ਫਿਕਸ ਕਰ ਰਿਹਾ MU1 ਪ੍ਰਾਈਸ ਤਦ ਮੇਰਾ ਪ੍ਰਾਈਸ ਕੀ ਹੈ P1 ਹੈ ਤੇ ਉੱਤੇ ਕੁਆਂਟੀਟੀ ਕੀ ਹੈ ਮੇਰੀ Q1 ਹੈ। ਪ੍ਰਾਈਸ ਜ਼ਿਆਦਾ ਹੈ ਕੁਆਂਟੀਟੀ ਮੇਰੀ Q1 है ਘੱਟ है ठीक है एंड इधर Q1 क्वांटिटी ते मेरी मार्जिनल यूटिलिटी भी ज्यादा है तब मैं MU1 तो लाइन ड्रा करूंगा P1 मेरे प्राइस है Q1 क्वांटिटी दा ठीक है मार्जिनल यूटिलिटी मेरी ज्यादा मिल रही है क्योंकि क्वांटिटी मैं घट यूज कर रहा क्योंकि मेरा प्राइस ज्यादा है डिमांड मेरी घट है। उस तो बाद जो कहते मैं क्वांटिटीज इंक्रीज कीतियां Q2 ठीक है तो मेरी मार्जिनल यूटिलिटी की घट के MU2 होगी MU1 तो जिमें जिमें नंबर ऑफ यूनिट्स बनावांगा मार्जिनल यूटिलिटी डिक्रीज होएगी। क्वांटिटीज इंक्रीज Q1 तो Q2 मार्जिनल यूटिलिटी डिक्रीज MU1 तो MU2 ते इधर मेरी प्राइस भी की होगी क्यों मार्जिनल यूटिलिटी डिक्रीज हुई क्योंकि मैं क्वांटिटीज इंक्रीज कीतियां ने क्वांटिटीज इंक्रीज कदों करूंगा जब मेरी प्राइस डिक्रीज होएगी तो इधर प्राइस की होगी प्राइस किस चीज दे इक्वल होएगी MU2 दे इक्वल होएगी किसी भी चीज का यूज हो तो फिर करूंगा जब प्राइस मार्जिनल यूटिलिटी दे इक्वल नहीं हुंदी तब MU2 दे मैं नाल ड्रा करूंगा सीधी P2 प्राइस ठीक है उत्थे मेरी डिमांड की है इंक्रीज है Q2 प्राइस घटने नाल Q2 क्वांटिटी इंक्रीज हुई इधर Q2 मेरी ताही जड़ी है क्वांटिटीज इंक्रीज हुई MU मेरी मार्जिनल यूटिलिटी डिक्रीज हुई। अगर कहते मेरी प्राइस 3 हो जाती है 4 प्राइस P3 हो जाती है तो क्वांटिटीज और ज्यादा लूंगा Q2 तो Q3 इधर भी मार्जिनल यूटिलिटी जितने शो हो रही उत्थे भी क्वांटिटीज Q3 कीतियां ते मेरी मार्जिनल यूटिलिटी और डिक्रीज होगी MU3 होगी। इधर चाहे तुसी प्राइस के अकॉर्डिंग देख सकते हो जिन्हें जिन्हें प्राइसिंग डिक्रीज हो रही है क्वांटिटीज इंक्रीज हो रही है क्वांटिटीज इंक्रीज हो रही है मार्जिनल यूटिलिटी डिक्रीज हो रही है ਤੇ ਮਾਰजिनल यूटिलिटी क्यों डिक्रीज हो रही है क्योंकि डिमांड इंक्रीज हो रही है डिमांड क्यों इंक्रीज हो रही है क्योंकि प्राइस ਦੇ ਵਿੱਚ ਚੇਂਜ ਹੋ ਰਿਹਾ ਹੈ। ਤਾਂ ਇਸ ਤਰ੍ਹਾਂ ਜਿਹੜੀ ਆਪਣੀ ਲਾ ਆਫ ਡਿਮਿਨਿਸ਼ਿੰਗ ਮਾਰजिनल यूटिलिटी ਦੇ ਥਰੂ ਆਪਾਂ ਜਿਹੜੀ ਆਪਣੀ ਮੰਗ ਵਕਰ ਉਹਦਾ ਨਿਰਧਾਰਨ ਕਰ ਸਕਦੇ। and now next is importance of ਜਿਹਨੂੰ ਕ੍ਰਿਟਿਸਾਈਜ਼ ਵੀ ਕੀਤਾ ਹੋਇਆ ਹੈ ਕ੍ਰਿਟਿਸਿਜ਼ਮ ਵੀ ਦੇਖਦੇ ਆਪਾਂ ਤਾਂ ਕ੍ਰਿਟਿਸਿਜ਼ਮ ਦੇ ਵਿੱਚ ਕੀ ਹੈ ਦ੍ਰਿਸ਼ਟੀਕੋਣ ਵੱਖ-ਵੱਖ ਸੰਭਵ ਨਹੀਂ ਹੈ। ਕਹਿੰਦੇ ਮੇਜ਼ਰਮੈਂਟ ਕਾਰਡੀਨਲ ਮੇਜ਼ਰਮੈਂਟ ਆਫ ਯੂਟਿਲਿਟੀ ਇਜ਼ ਨਾਟ ਪੋਸੀਬਲ। ਕਹਿੰਦੇ ਕਾਰਡੀਨਲ ਨੰਬਰਸ ਦੇ ਵਿੱਚ ਜਿਹੜੀ ਸਾਡੀ ਯੂਟਿਲਿਟੀ ਆਪਾਂ ਉਹਨੂੰ ਮੇਜ਼ਰ ਨਹੀਂ ਕਰ ਸਕਦੇ। ਕਹਿੰਦੇ 1 2 3 4 5 ਨੰਬਰਸ ਦੇ ਵਿੱਚ ਮੇਜ਼ਰ ਨਹੀਂ ਕਰ ਸਕਦੇ ਠੀਕ ਹੈ। ਕਹਿੰਦੇ ਇਹ ਕਿਉਂਕਿ ਡਿਮਿਨਿਸ਼ਿੰਗ ਮਾਰजिनल ਯੂਟਿਲਿਟੀ ਨੂੰ कैलकुलेट करना सौखा नहीं है। अगे का मुद्रा का सीमांत दृष्टिकोण स्थिर नहीं रहता। कहते मार्जिनल यूटिलिटी ऑफ मनी इज नॉट कांस्टेंट क्योंकि जी मनी की वैल्यू वो इंक्रीज डिक्रीज होती जाती है। तब कहते मार्जिनल यूटिलिटी जी मनी की जिवें कि इन्होंने असम्पशनस लीती कि कांस्टेंट रहेगी और कोई भी चेंज नहीं होएगा। कहते ये संभव नहीं है क्योंकि वो चेंज होता है तद लॉ अप्लाई नहीं होगा। एवरी कमोडिटी इज नॉट एन इंडिपेंडेंट कमोडिटी। इन्होंने बोले कि कोई भी गुड्स ने जी सबस्टिट्यूट नहीं होंगे किसी जगह पे बाय यूज नहीं कर सकते बट कहते एक्चुअल्स दे विच सबस्टिट्यूशन गुड्स होंगे ने सबस्टिट्यूट गुड्स का इफेक्ट भी पैंदा है। कहते तद कहते कोई भी वस्तु स्वतंत्र वस्तु नहीं है। कहते ये जी असम्पशन इत्थे गलत है। सीमांत दृष्टिकोण का अनुमान सारिया हालातां विच नहीं लगाया जा सकता। कहते मार्जिनल यूटिलिटी कैन नॉट बी एस्टिमेटेड इन ऑल कंडीशंस। कहते ऑल कंडीशंस दे विच आपां मार्जिनल यूटिलिटी को मेजर नहीं कर सकते। इन्होंने बोलिया सीगा कि हर एक जी है डिविजिबिलिटी है गुड्स को डिवाइड करके यूज कर रहे लेकिन नहीं कहते क्योंकि LED हो गया टीवी हो गया रेफ्रिजरेटर हो गया कहते उस केस के विच आपां गुड्स को डिवाइड ही नहीं कर सकते। आपां दस ही नहीं सकते एक बार आपने गुड को बाय किया यूटिलिटी मिली तो आपां डेली यूज करते रहने उन्होंने तो आपां यूटिलिटी को मेजर नहीं कर सकते नहीं दस सकते कि कितनी यूटिलिटी हो रही है लाइफ टाइम की यूटिलिटी को नहीं दस सकते। अनरियलिस्टिक असम्पशनस कहते जिहड़ा ये लॉ है अनरियलिस्टिक असम्पशन पे बेस्ड है जिवें कि टेस्ट हैबिट्स इनकम फैशनस कहते इन्होंने बोले कि ये कोई भी चीज नहीं है कॉन्स्टेंट नहीं लेकिन कहते अपने कंज्यूमर्स का टेस्ट प्रैफरेंस भी चेंज होंगी है कंज्यूमर्स की इनकम भी है जी की होंगी है
ਚੇਂਜ ਹੁੰਦੀ ਹੈ। ਕਹਿੰਦੇ ਇਹਨਾਂ ਚੀਜ਼ਾਂ ਦਾ ਵੀ ਇਸ ਚੀਜ਼ ਤੇ ਕੀ ਪੈਂਦਾ ਹੈ, ਇਫੈਕਟ ਪੈਂਦਾ ਹੈ। ਕਹਿੰਦੇ ਕਈ ਜਿਹੜੇ ਇਕੋਨੋਮਿਸਟ ਨੇ ਇਹਨਾਂ ਨੇ ਕੀ ਕੀਤਾ ਹੈ, ਕ੍ਰਿਟਿਸਾਈਜ਼ ਕੀਤਾ ਹੈ। ਤਾਂ ਉਸ ਤੋਂ ਬਾਅਦ ਲੇਕਿਨ ਕਹਿੰਦੇ ਇਸ ਲਾਅ ਦੇ ਕੁਝ ਇੰਪੋਰਟੈਂਸ ਵੀ ਨੇ। ਇੰਪੋਰਟੈਂਸ ਕੀ ਨੇ? फर्स्ट इज कहते लॉ ऑफ डिमिनिशिंग मार्जिनल यूटिलिटी दे फर्स्ट है अपनी इंपॉर्टेंस बेसिस ऑफ द लॉ ऑफ कंजम्पशन। कहते की आ ये जिहड़ा है सानू लॉ ऑफ कंजम्पशन दसदा है। लॉ ऑफ कंजम्पशन किवें दसदा है कि जिवें जिवें आपां किसी भी गुड दा ज़्यादा यूज करते हैं तो उसकी जिहड़ी मिलण वाली यूटिलिटी है वो की होनी स्टार्ट हो जाती है, घटनी स्टार्ट हो जाती है। क्योंकि लॉ ऑफ कंजम्पशन है कहते ये थ्री लॉज ने कंजम्पशन दे। फर्स्ट इज लॉ ऑफ इक्वल मार्जिनल यूटिलिटी, सेकंड इज लॉ ऑफ डिमांड एंड कंसेप्ट ऑफ कंज्यूमर सरप्लस। कहते थ्री लॉज दे विच कहते कंज्यूमर सरप्लस दे विच कहते कंज्यूमर्स दा विलिंग होना ज़्यादा पे करना लेकिन घट पे होना जिहदे विच कंज्यूमर सरप्लस हुंदा। कहते कोई भी कहते जिहड़ा अपना कंज्यूमर है उन्हें ये पता लगता है कि वो किसी भी वस्तु का यूज कितों तक करे। कहते लॉ ऑफ डिमिनिशिंग मार्जिनल यूटिलिटी के थ्रू कहते वो कंपेयर करेगा कि कितने वो जिन्नी प्राइस दे रहे हैं वो इक्वल उन्हें यूटिलिटी मिल रही है। अगर कहते वो MU मार्जिनल यूटिलिटी ऑफ एक्स गुड इक्वल टू प्राइस ऑफ एक्स गुड होएगी तो कंज्यूमर इक्विलिब्रियम दे विच होएगा, तो उत्थों तक वो कंज्यूमर उस गुड नु यूज करेगा। अगर उस तो भी बाद कहते प्राइस ऑफ एक्स गुड तो यूटिलिटी डाउन होने लग गई तो वो की करेगा, उसका यूज बंद कर देगा। कहते कंज्यूमर्स के लिए बेनिफिट है, कंजम्पशन के लिए बेनिफिट है। सेकंड इज वैरायटी ऑफ प्रोडक्शन एंड कंजम्पशन कंज्यूमर दे लिए एंड प्रोडक्शंस कहते जो किसी भी प्रोड्यूसर्स ने प्रोडक्शन करनी होती है तो वो फोर फैक्टर ऑफ प्रोडक्शन यूज करता है, लैंड लेबर कैपिटल एंड एंटरप्रेन्योर्स। तब कहते वो इस तरह डिवीजन करता है प्रोडक्शन ते अपने कॉस्ट इस तरह लगाएगा कि सबसे जी होने वाली कॉस्ट है वो इक्वल हो, ठीक है, इक्वल कॉस्ट हो। तब कहते कॉस्ट के लिए प्रोडक्शन के लिए कहते लॉ ऑफ डिमिनिशिंग मार्जिनल यूटिलिटी अप्लाई होता है। एंड डिफरेंस बिटवीन द वैल्यू इन यूज एंड वैल्यू इन एक्सचेंज कहते हर एक गुड की वैल्यू इन यूज एंड वैल्यू इन एक्सचेंज डिफरेंट होती है। कईयों की वैल्यू इन एक्सचेंज ज्यादा होती है, ठीक है, मतलब कईयों की वैल्यू इन यूज ज्यादा होती है। वैल्यू इन यूज मीनस कहते यूज ज्यादा होता है जिवें कि वाटर ते प्राइस घट होंदा, ते बाकी वैल्यू ऑफ एक्सचेंज घट होंदी जिवें कि प्राइस ज्यादा होंदा, जिवें कि डायमंड हो गया, गोल्ड हो गया, तो इन्हां दा एक्सचेंज ज्यादा होंदी है लेकिन यूज घट होंदा है। कहते तो ये थ्रू सानू दसदा है कि वैल्यू ऑफ डायमंड ते वैल्यू ऑफ यूज ते चेंज दे विच की डिफरेंस है। आगे का प्राइस डिटर्मिनेशंस कहते प्राइस ऑफ एवरी कमोडिटी इज डिटरमाइंड बाय द डिमांड एंड सप्लाई। कहते डिमांड ऑफ अ कमोडिटी डिपेंड अपॉन द मार्जिनल यूटिलिटी। प्राइस डिमांड ते सप्लाई के थ्रू फिक्स होंदा है कि जी डिमांड ऑफ प्राइस ते डिपेंड करती है, ठीक है। तो डिमांड कहते किस चीज से डिपेंड करती है, मार्जिनल यूटिलिटी पे। अगर कहते मार्जिनल यूटिलिटी ज्यादा होगी तो डिमांड ज्यादा होगी, अगर मार्जिनल यूटिलिटी घट होगी तो या डिमांड घट होगी। कहते इस तरह जो प्राइस है अपना प्राइस डिटर्मिनेशन वो भी कहते मार्जिनल यूटिलिटी तो ही पता लगता है। जिस गुड तो मार्जिनल यूटिलिटी ज्यादा मिलती है डिमांड ज्यादा होगी प्राइस भी ज्यादा रखा जाएगा। बेसिस ऑफ कहते नैक्सट है प्रोग्रेसिव टैक्सेस। कहते जो लिविंग प्रोग्रेसिव टैक्सेशन होंगे ने फाइनांस मिनिस्टर जो लगाता है कहते वो जो एप्लीकेशन लॉ अप्लाई किया जाता है वो भी कहते यही लॉ होंगे, क्योंकि कहते वो इस तरह टैक्स लगाता है कि जो सारे परसनस ने उन्होंने इनकम दे कहते उनके प्रॉपर इक्वली मार्जिनल जी यूटिलिटी उन्होंने मिले कि सब ते सेम टैक्स लगे, किसी को भी लॉस ना हो, उन्होंने जो सैक्रीफाइस है वो सेम हो। अगे का एडवांटेज ऑफ द कंज्यूमर्स कहते कोई भी कंज्यूमर्स कहते मैक्सिमम सैटिस्फैक्शन जो लेना चाहता है कहते वो कंपैरिजन करता डिमिनिशिंग मार्जिनल यूटिलिटी लॉ को देखता है कि कितनी वो जी यूटिलिटी है उस गुड तो मिलने वाली डिमिनिशिंग होनी स्टार्ट हो जाती है। जितों तक कहते कि MU 0 है उस तक उस गुड का यूज करेगा, जितों MU नेगेटिव होनी स्टार्ट हो जाती है उसका यूज नहीं करेगा। कहते बेसिस ऑफ रीडिस्ट्रीब्यूशन ऑफ वैल्थ एंड इनकम कहते जी डिस्ट्रीब्यूशन होंगी है वैल्थ ते इनकम की, ठीक है, अपर एंड लोअर पीपल्स के विच इनइक्वालिटीज को दूर करने के लिए कहते वो भी इसे लॉ के थ्रू होंगी है सोसाइटी के विच वेलफेयर्स के लिए। तो ये सीगा अपना यूटिलिटी वाला फर्स्ट थ्योरी कार्डिनल यूटिलिटी एनालिसिस जिहदे विच अपने कार्डिनल नंबर्स के थ्रू देखा है कि किस तरह जी है डिमिनिशिंग मार्जिनल यूटिलिटी लॉ अप्लाई होंदा है। जिवें जिवें आपां यूज चीज की कमोडिटीज की यूज नो लेना ज्यादा स्टार्ट करते हैं उस तो मिलने वाली जी साडी यूटिलिटी और डिमिनिशिंग होनी स्टार्ट हो जाती है। तो उस तो बाद जी अपनी थ्री कंसैप्ट सीगे टोटल यूटिलिटी, इनिशियल यूटिलिटी एंड मार्जिनल यूटिलिटी। तो मार्जिनल यूटिलिटी के बेसिक कंसैप्ट पॉजिटिव, जीरो एंड नैगेटिव मार्जिनल यूटिलिटी। तो आज का अपना जो टॉपिक है इत्थे ही खत्म होता है। इस तो बाद नैक्सट है अपना इक्वल मार्जिनल यूटिलिटी जो अपने कल करना है नैक्सट लैक्चर। धन्यवाद।